ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾਂ ਜੀ ਹਿਰਦੇ ਧਿਆਵਾਂ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਜੀ ਬਿਘਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬੇਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ। ਸ਼੍ਰੀ ਹਰਿਗੋਬਿੰਦ ਚੰਦ ਕੋ ਬੋਲਣ ਅਰ ਵਿਵਹਾਰ। ਸੁਣ ਚੰਦੂ ਚਿੰਤਾ ਅਧਿਕ ਅਨੇਕ ਉਪਾਵ ਵਿਚਾਰ। ਸ਼੍ਰੀ ਹਰਿਗੋਬਿੰਦ ਚੰਦ ਕੋ ਬੋਲਣ ਅਰ ਵਿਵਹਾਰ। ਸੁਣ ਚੰਦੂ ਚਿੰਤਾ ਅਧਿਕ ਅਨੇਕ ਉਪਾਵ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਹਰਾ ਜਹੂਰ। ਦੀਨਾ ਬੰਧੂ ਭਗਤ ਵਛਲ ਦਇਆ ਨਿਧ। ਕਿਰਪਾ ਦੇ ਖਜ਼ਾਨੇ ਨੇਚਲ ਚੌਰ ਛਤਰ ਤਖਤ ਦੇ ਮਾਲਕ। ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸੰਧਿਆ ਸਮੇਂ ਦੇ ਸਜ ਰਹੇ ਪਾਵਨ ਪਵਿੱਤਰ ਦੀਵਾਨ ਅੰਦਰ
ਪਾਤਸ਼ਾਹ ਦੇ ਖੁੱਲੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। खुश बवद उम्र के दर यार बेगुजरद वर्ण है चे आसल अस्त अजी गुंबदे कबूद मरा। वो समा सफला है वो घड़ी सफली है जो अकाल पुरख वाहिगुरु प्रभु खट पगा संपन्न परमेश्वर दी याद अंदर बतीत होवे। वडभागे हाँ लड़ीवार रूप अंदर ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਜੀਵਨ ਪ੍ਰਸੰਗ ਕੌਤਕ ਆਪਾਂ ਸਰਵਣ ਕੀਤੇ। ਹਰ ਕੁਝ ਦਿਨਾਂ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਜੀਵਨ ਦੇ ਕੌਤਕਾਂ ਦਾ ਕਥਾ ਰਾਹੀਂ ਆਨੰਦ ਮਾਣ ਰਹੇ ਹਾਂ। ਜਥਾ ਪ੍ਰਸੰਗ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਸਰਵਣ ਕੀਤਾ ਹੈ ਕਿ ਚੰਦੂ ਦੁਸ਼ਟ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਰਿਸ਼ਤੇ ਵਾਸਤੇ ਕਿ ਮੇਰੇ ਨਾਲ ਸੰਬੰਧ ਬਣਾ ਲਓ, ਕੁਝ ਦੂਤ ਅੰਮ੍ਰਿਤਸਰ ਸਾਹਿਬ ਵਿਖੇ ਭੇਜੇ ਸਨਗੇ। ਉਹਨਾਂ ਜਾ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦਾ ਜਿਹੜਾ ਹੈ ਉਹ ਦਰਸ਼ਨ ਦੀਦਾਰਾ ਕੀਤਾ। ਔਰ ਫਿਰ ਇਹ ਸੋਝੀ ਪਈ ਠਾਠ ਬਾਠ ਮਹਾਰਾਜ ਦੇ ਘਰ ਦੀ ਸ਼ਾਨੋ ਸ਼ੌਕਤ ਵੇਖ ਵੇਖ ਕੇ ਇਹ ਦੋਵੇਂ ਦੂਤ ਹੱਕੇ ਬੱਕੇ ਰਹਿ ਗਏ ਸਨ। ਅਤੇ ਮਹਾਰਾਜ ਨੇ ਇੱਕ ਸੁਨੇਹਾ ਦਿੱਤਾ ਸੀ ਜਦੋਂ ਇਹਨਾਂ ਦੱਸਿਆ ਵੀ ਸਾਨੂੰ ਚੰਦੂ ਨੇ ਭੇਜਿਆ ਅਤੇ ਚੰਦੂ ਅਜੇ ਵੀ ਆਪਣੀ ਪੁੱਤਰੀ ਦਾ ਰਿਸ਼ਤਾ ਤੁਹਾਨੂੰ ਕਰਿਆ ਚਾਹੁੰਦਾ ਹੈ। ਪਹਿਲੀਆਂ ਗੱਲਾਂ ਭੁੱਲ ਜਾਈਏ ਅਤੇ ਅਗਾਂਹ ਜਿਹੜਾ ਹੈ ਉਹ ਪ੍ਰੇਮ ਭਾਵਨਾ ਸੰਬੰਧ ਵੱਧ ਜਾਣਗੇ ਰਿਸ਼ਤੇ ਦੇ ਕਾਰਨ। ਤੋ ਇਹ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਬੜੇ ਰੋਹ ਵਿੱਚ ਆ ਕਰਕੇ ਆਖਿਆ ਚੰਦੂ ਨੂੰ ਕਹੋ ਵੀ ਜਿੱਥੇ ਮਰਜ਼ੀ ਲੁਕ ਜਾਵੇ ਅਤੇ ਜਿੰਨਾ ਮਰਜ਼ੀ ਹੁਣ ਝੁਕਦਾ ਫਿਰੇ ਉਸ ਪਾਪੀ ਹੰਕਾਰੀ ਚੰਦੂ ਨੂੰ ਜਿਸਨੇ ਸਾਡੇ ਪਿਤਾ ਜੀ ਨੂੰ ਸ਼ਹੀਦ ਕੀਤਾ ਹੈ ਜਿਉਂਦਾ ਨਹੀਂ ਛੱਡਾਂਗੇ, ਚਾਹੇ ਇੰਦਰ ਨੂੰ ਵੀ ਆਪਣੀ ਰੱਖਿਆ 'ਤੇ ਰੱਖ ਲਵੇ। ਇਹ ਸਾਰੇ ਬਚਨ ਸੁਣ ਕੇ ਇਹ ਦਿੱਲੀ ਪਹੁੰਚੇ ਦੂਤ ਦੋਵੇਂ, ਚੰਦੂ ਨੂੰ ਸਾਰੀ ਵਾਰਤਾ ਦੱਸੀ ਕਿ ਇਹ ਜਜਮਾਨ ਅਸੀਂ ਅੰਮ੍ਰਿਤਸਰ ਸਾਹਿਬ ਦਾ ਜੈਸਾ ਮਾਹੌਲ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਜੈਸਾ ਤੇਜ ਪ੍ਰਤਾਪ ਦੇਖ ਕੇ ਆਏ ਹਾਂ, ਇਸ ਹਿਸਾਬ ਦੇ ਨਾਲ ਤੁਹਾਡਾ ਬਚਣਾ ਮੁਸ਼ਕਿਲ ਹੈ, ਆਪਣੇ ਪ੍ਰਬੰਧ ਕਰ ਲਓ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਪੂਰੀ ਤਿਆਰੀ ਕੀਤੀ ਹੋਈ ਹੈ। ਅਤੇ ਉਹ ਕਹਿੰਦੇ ਅਸੀਂ ਜੋ ਬਚਨ ਕੀਤੇ ਉਹ ਪੂਰੇ ਕਰਾਂਗੇ। ਫਿਰ ਜਿਵੇਂ ਚੰਦੂ ਬੜਾ ਡਰਿਆ ਦੁਖੀ ਹੋਇਆ ਅਤੇ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗਰੀਬ ਨਵਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀਆਂ ਜਿਵੇਂ ਫਿਰ ਇਹਦੇ ਨੱਕ 'ਚ ਨੱਤ ਪਾਈ ਉਹ ਪ੍ਰਸੰਗ ਜਿਵੇਂ ਆ ਜਾਣੇ ਆ। ਦੂਤ ਇੱਥੇ ਦਿੱਲੀ ਵਾਪਸ ਪਹੁੰਚੇ ਹੈ। ਤੋ ਫਿਰ ਜਿਵੇਂ ਚੰਦੂ ਡਰ ਕਰਕੇ ਜਹਾਂਗੀਰ ਬਾਦਸ਼ਾਹ ਦੇ ਪਾਸ ਚੁਗਲੀ ਲਾਉਂਦਾ ਹੈ ਪ੍ਰਸੰਗਾ ਜਾ ਰਹੇ ਹੈ। ਚਿੱਤ ਬਿਰਤੀ ਇਕਾਗਰ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਹਿਰਦੇ ਵਿੱਚ ਵਸਾ ਕਰਕੇ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਹਰਗੋਬਿੰਦ ਚੰਦ ਕੋ। ਇੱਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਜਿਹੜਾ ਬੋਲ ਚਾਲ ਹੈ ਠਾਠ ਬਾਠ ਸ਼ਾਹੀ ਹੈ। ਬੋਲਣ ਅਰ ਵਿਵਹਾਰ, ਅਰ ਵਿਹਾਰ ਭਾਵ ਜਿਵੇਂ ਸੱਚੇ ਪਾਤਸ਼ਾਹ ਜੀ ਨਿਤ ਕਿਰਿਆ ਕਰਦੇ ਤੇ ਜਿਨ੍ਹਾਂ ਵਿਹਾਰਾਂ ਵਿੱਚ ਵਿਚਰ ਰਹੇ ਹਨ। ਸੁਣ ਚੰਦੂ ਚਿੰਤਾ ਅਧਿਕ, ਇਹ ਸਭ ਸੁਣ ਕੇ ਦੂਤਾਂ ਪਾਸੋਂ ਤੇ ਚੰਦੂ ਦੇ ਹਿਰਦੇ ਵਿੱਚ ਭਾਰੀ ਚਿੰਤਾ ਪੈਦਾ ਹੋਣ ਲੱਗੀ ਕਿਉਂਕਿ ਉਹਨਾਂ ਨੇ ਦੱਸਿਆ ਵੀ ਉੱਥੇ ਸ਼ਸਤਰਾਂ ਬਸਤਰਾਂ ਦੇ ਸਹਿਤ ਸੂਰਮੇ ਰਹਿੰਦੇ ਆ, ਬੜੇ ਤਗੜੇ ਤਗੜੇ ਨੌਜਵਾਨ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਵਿੱਚ ਭਰਤੀ ਹਨ।
ਉਹ ਕਹਿੰਦੇ ਅਸੀਂ ਪ੍ਰਤੱਗਿਆ ਪੂਰੀ ਕਰਾਂਗੇ ਹੀ ਕਰਾਂਗੇ ਹਰ ਹਾਲਤ ਵਿੱਚ, ਚਾਹੇ ਤੂੰ ਇੰਦਰ ਨੂੰ ਆਪਣਾ ਪਹਿਰੇਦਾਰ ਰੱਖ ਲਾ। ਸਾਰੀ ਖਬਰ ਸੁਣ ਕੇ ਦੂਤਾਂ ਤੋਂ ਚੰਦੂ ਬੜਾ ਚਿੰਤਾ ਸਹਿਤ ਹੋਇਆ ਹੈ ਅਧਿਕ ਉਪਾਵ ਵਿਚਾਰ। ਤੇ ਅਨੇਕੇ ਤਰ੍ਹਾਂ ਦੇ ਉਪਾਅ ਵਿਚਾਰਨ ਲੱਗਾ ਹੈ। ਭਾਵ ਕਿ ਕਿਵੇਂ ਬਚਾਂ ਮੈਂ, ਉਹ ਇਹੋ ਜਿਹੇ ਉਪਾਅ ਜੇ ਹੀਲੇ ਬੀਲੇ ਜਿਹੜੇ ਹੈ ਉਹ ਮਨ ਵਿੱਚ ਸੋਚਣ ਲੱਗਾ ਹੈ। ਚਉਪਈ ਨਹਿ ਮਮ ਸੁਤਾ ਸਗਾਈ। ਤੇ ਮਨ 'ਚ ਵਿਚਾਰਦਾ ਹੈ ਚੰਦੂ ਵੀ ਜੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਪੁੱਤਰੀ ਦੀ ਸਗਾਈ ਰਿਸ਼ਤਾ ਨਾ ਮੰਨਣਗੇ, ਪਿਤਾ ਦਸ਼ਾ ਦੇਖ ਤਰਾਸ ਨ ਪਾਈ। ਜਾਂ ਉਹਨਾਂ ਨੇ ਮੇਰਾ ਭੇਜਾ ਰਿਸ਼ਤਾ ਵੀ ਨਹੀਂ ਮੰਨਿਆ ਹੈ। ਤੇ ਵੇਖ ਲਓ ਕੈਸੇ ਆ ਗੁਰੂ ਹਰਗੋਬਿੰਦ ਸਾਹਿਬ, ਜਿਨ੍ਹਾਂ ਨੇ ਆਪਣੇ ਪਿਤਾ ਦੀ ਮੌਤ ਉਹਨਾਂ ਨੂੰ ਮੇਰੇ ਵੱਲੋਂ ਦਿੱਤੇ ਹੋਏ ਤਸੀਹੇ ਜਿਹੜੇ ਹੈ ਉਹ ਵੀ ਵੇਖ ਸੁਣ ਕੇ ਡਰ ਨਹੀਂ ਪ੍ਰਾਪਤ ਕੀਤਾ। ਪਿਤਾ ਚੜ੍ਹਾਈ ਕਰ ਗਏ ਇਹਨਾਂ ਦੇ, ਮੈਂ ਕੜਾ ਦਿੱਤੇ ਚੜ੍ਹਾਈ ਤਸੀਹੇ ਦੇ ਕੇ, ਤੋ ਫਿਰ ਵੀ ਇਹ ਹਰਗੋਬਿੰਦ ਸਾਹਿਬ ਨੇ ਮੇਰਾ ਡਰ ਨਹੀਂ ਮੰਨਿਆ ਹੈ। ਵਧਤ ਵੱਧ ਗਇਓ ਵਿਰੋਧਾ। ਤੇ ਵਦੋ ਮਾੜੀ ਜੀ ਗੱਲ ਸੀਗੀ, ਵਿਰੋਧ ਵੱਧਦਾ ਹੁਣ ਕਿੰਨਾ ਵੱਧ ਗਿਆ, ਝਗੜਿਆਂ ਤੱਕ ਗੱਲ ਪਹੁੰਚ ਗਈ, ਜੰਗ ਤੱਕ ਗੱਲ ਪਹੁੰਚ ਗਈ ਹੈ। ਅਜਹਾਂ ਮੇਰੋ ਮਾਨਤ ਕ੍ਰੋਧਾ। ਤੇ ਵੇਖ ਲਓ ਅਜੇ ਵੀ ਇਹ ਗੁਰੂ ਹਰਗੋਬਿੰਦ ਸਾਹਿਬ ਮੇਰਾ ਕ੍ਰੋਧ ਨਹੀਂ ਮੰਨਦੇ, ਮੇਰਾ ਦਬਕਾ ਨਹੀਂ ਮੰਨਦੇ, ਡਰ ਨਹੀਂ ਮੰਨਦੇ ਹਨ। ਕਹਿ ਮੇਰੋ ਅਬ ਹੋਏ ਬਿਨਾਸਾ। ਤੇ ਹੁਣ ਤਾਂ ਇਉਂ ਲੱਗਦਾ ਵੀ ਜਾਂ ਤਾਂ ਮੈਂ ਨਹੀਂ ਰਵਾਂਗਾ, ਮੇਰਾ ਸਿਰ ਵੱਢ ਦੇਵਣਗੇ। ਕਹਿ ਜੀਵਨ ਤੇ ਸੋ ਬਿਨ ਆਸਾ। ਤੇ ਜਾਂ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਜੀਵਨ ਤੋਂ ਬਿਨਾਂ ਹੋ ਜਾਣਗੇ। ਭਾਵ ਕਿ ਜਾਂ ਤਾਂ ਫਿਰ ਚੰਦੂ ਕਹਿੰਦਾ ਮੈਂ ਹੈ ਨਹੀਂ, ਤੇ ਜਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੈਂ ਮਾਰ ਦੇਵਾਂਗਾ। ਸਾਡੇ ਦੋਹਾਂ ਵਿੱਚੋਂ ਹੁਣ ਇੱਕ ਜਿਉਂਦਾ ਰਹੇਗਾ। ਹਰ ਗੋਬਿੰਦ ਕੋ ਜਬ ਪਕਰਾਵਾ। ਤੇ ਜੇ ਮੈਂ ਜਹਾਂਗੀਰ ਨੂੰ ਕਹਿ ਕਹਾ ਕੇ ਤੇ ਹਰਗੋਬਿੰਦ ਸਾਹਿਬ ਨੂੰ ਜਦੋਂ ਪਕੜਾਵਾਂਗਾ, ਤਬ ਹੈ ਬੈਰ ਪੂਰਨ ਸੁਫਲਾਵੈ। ਫੇਰ ਮੇਰਾ ਵੈਰ ਪੂਰਾ ਹੋਵੇਗਾ ਜਦੋਂ ਮੈਂ ਇਹਨਾਂ ਨੂੰ ਵੀ ਇਹਨਾਂ ਦੇ ਪਿਤਾ ਵਾਂਗਰਾਂ ਕੈਦ ਕਰਵਾ ਦਿਆਂਗਾ। ਪੁਨ ਧਨ ਖਰਚਾ ਅਧਿਕ ਸੋ ਐਸੇ। ਤੇ ਮੈਂ ਇਸ ਤਰ੍ਹਾਂ ਬੜਾ ਭਾਰੀ ਧਨ ਜਿਹੜਾ ਹੈ ਖਰਚ ਕਰਕੇ ਪਕਰਿਓ ਮਰਹਿ ਨ ਨਿਕਸਹਿ ਜੈਸੇ। ਇਸ ਤਰ੍ਹਾਂ ਪਕੜਾ ਲੈਣਾ ਹੈ ਵੀ ਜਿਵੇਂ ਮਰੇ ਤੋਂ ਬਿਨਾਂ ਬਾਹਰ ਨਾ ਨਿਕਲਣ। ਗੁਰੂ ਹਰਗੋਬਿੰਦ ਸਾਹਿਬ ਜੀ ਸਮਾਂ ਬਣਿਆ ਮੈਨੂੰ ਤੇ ਮੈਂ ਪੈਸਾ ਖਰਚ ਕੇ ਤੇ ਕੋਈ ਲਾਲਚ ਦੇ ਕੇ, ਕੋਈ ਰਿਸ਼ਵਤਾਂ ਦੇ ਕਰਕੇ ਹਰਗੋਬਿੰਦ ਸਾਹਿਬ ਨੂੰ ਜਦੋਂ ਕੈਦ ਕਰਵਾਵਾਂਗਾ, ਫਿਰ ਮਰੇ ਬਿਨਾਂ ਉਸ ਕੈਦ ਚੋਂ ਬਾਹਰ ਨਹੀਂ ਨਿਕਲਣਗੇ। ਇਤਿਆਦਿਕ ਮਨ ਗਨ ਗਿਨਹਿ ਵਿਸਾਲਾ। ਇਸ ਤਰ੍ਹਾਂ ਦੀਆਂ ਗਿਣਤੀਆਂ ਸਾਧ ਸੰਗਤ ਜੀ ਪਾਪੀ ਚੰਦੂ ਮਨ ਵਿੱਚ ਕਰ ਰਿਹਾ ਹੈ। ਚਿੰਤਾ ਮਹਿ ਦਿਨ ਰਹਿਣ ਦੁਖਾਲਾ। ਬੜਾ ਦੁਖੀ ਰਹਿੰਦਾ ਹੈ, ਦਿਨੇ ਰਾਤ ਚਿੰਤਾ ਬਣੀ ਰਹਿੰਦੀ ਵੈ। ਸ਼ਾਹੋ ਸਮੀਪਣ ਰਿਸ਼ਵਤ ਦੇਤ। ਜਿਹੜੇ ਬਾਦਸ਼ਾਹ ਦੇ ਲਾਗੇ ਰਹਿਣ ਵਾਲੇ ਕੋਈ ਉਮਰਾਵ ਵਜ਼ੀਰ ਅਮੀਰ ਹੈ, ਉਹਨਾਂ ਨੂੰ ਇਹ ਪਾਪੀ ਚੰਦੂ ਰਿਸ਼ਵਤਾਂ ਦੇ ਦੇ ਕੇ, ਵੱਡੀਆਂ ਦੇ ਦੇ ਕਰ ਕਹਿਬੇ ਕੋ ਅਵਸਰ ਨਹਿ ਲੇਤ। ਤੇ ਕਹਿਣ ਵਾਸਤੇ ਇਹਨੂੰ ਅਵਸਰ ਸਮਾਂ ਨਹੀਂ ਮਿਲ ਰਿਹਾ। ਭਾਵ ਵੀ ਬੰਦੇ ਜਿਹੜੇ ਜਹਾਂਗੀਰ ਦੇ ਨਾਲ ਰਹਿਣ ਵਾਲੇ ਕੋਈ ਅਮੀਰ ਵਜ਼ੀਰ ਅਹੁਦੇਦਾਰ, ਉਹ ਇਹਨੇ ਸਾਰੇ ਹੀ ਖਰੀਦ ਲਏ ਹੈ। ਤੇ ਹੁਣ ਇਹ ਕੋਈ ਵੇਖਦਾ ਹੈ ਵੀ ਜਦੋਂ ਕੋਈ ਨਾ ਹੋਇਆ ਨਾ ਜਹਾਂਗੀਰ ਬਾਦਸ਼ਾਹ ਦੇ ਕੋਲ, ਉਦੋਂ ਮੈਂ ਗੱਲ ਕਰਾਂਗਾ। ਫਿਰ ਬਾਦਸ਼ਾਹ ਦਾ ਰੁਖ ਵੀ ਵੇਖਣਾ ਪੈਂਦਾ ਵੀ ਕਿੱਧਰ ਨੂੰ ਹੈ, ਕਿਵੇਂ ਗੁੱਸੇ ਵਿੱਚ ਆ, ਗੱਲ ਸੁਣਨ ਦੇ ਜਿਹੜਾ ਵਾ ਉਹ ਸੁਭਾਅ ਵਿੱਚ ਹਨ ਕਿ ਨਹੀਂ। ਤੋ ਇਸ ਤਰ੍ਹਾਂ ਇਹ ਪਾਪੀ ਚੰਦੂ ਜਿਹੜਾ ਹੈ ਮਨ ਵਿੱਚ ਵਿਚਾਰਦਾ ਵੀ ਕਿਹੜਾ ਸਮਾਂ ਹੋਵੇ ਮੈਨੂੰ ਬਾਦਸ਼ਾਹ ਦੇ ਨਾਲ ਗੱਲ ਕਰਨ ਦਾ ਮੌਕਾ ਮਿਲੇ। ਕਈ ਦਿਨ ਲੱਭਦਾ ਰਿਹਾ, ਮੌਕਾ ਨਹੀਂ ਮਿਲਦਾ ਵੈ। ਜਹਾਂਗੀਰ ਢਿੱਗ ਪਹੁੰਚੈ ਜਬੈ। ਵੀ ਜਦੋਂ ਮੈਨੂੰ ਮੌਕਾ ਮਿਲ ਗਿਆ ਤੇ ਜਹਾਂਗੀਰ ਬਾਦਸ਼ਾਹ ਦੇ ਪਾਸ ਪਹੁੰਚ ਕੇ ਗੱਲ ਕਰਕੇ ਅਨੇਕ ਘਾਤ ਬਾਤਣ ਕਹਿ ਤਬੈ। ਤੇ ਮੈਂ ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਹਨ ਗੱਲਾਂ ਕਰਾਂਗਾ। ਤਾਂ ਉਹ ਜਿਹੜਾ ਸਮਾਂ ਬਣਿਆ ਇਹੋ ਜਿਹਾ, ਤੇ ਇੱਕ ਦਿਨ ਚੰਦੂ ਨੂੰ ਸਮਾਂ ਮਿਲਿਆ, ਮੌਕਾ ਮਿਲ ਗਿਆ ਹੈ। ਹਜ਼ਰਤ ਕੋ ਰੁਖ ਇੱਕ ਦਿਨ ਪਾਏ। ਇੱਕ ਦਿਨ ਇਹੋ ਜਿਹਾ ਸਮਾਂ ਬਣਿਆ ਵੀ ਪਾਪੀ ਚੰਦੂ ਨੇ ਰੋਜ਼ ਜਾਂਦਾ, ਕਈ ਵਾਰਾਂ ਬਾਦਸ਼ਾਹ ਦਾ ਸੁਭਾਅ ਨਹੀਂ ਠੀਕ। ਇੱਕ ਦਿਨ ਮੌਕਾ ਮਿਲਿਆ ਬਾਦਸ਼ਾਹ ਜਹਾਂਗੀਰ ਨਾਲ ਗੱਲ ਕਰਨ ਦਾ, ਉਹਦਾ ਰੁਖ ਵੀ ਇਹਦਾ
ਬਾਦਸ਼ਾਹ ਦਾ ਝੁਕਾ ਜਿਹਾ ਵੇਖ ਲਿਆ ਵੀ ਮੇਰੇ ਵਾਲੇ ਪਾਸੇ ਹੈ, ਕਰ ਜੋਰਤ ਕਹਿ ਬਿਨੈ ਬਨਾਏ। ਤੇ ਉਹ ਮੂੜ ਜਿਹਾ ਵੇਖ ਕੇ ਬਾਦਸ਼ਾਹ ਦੇ ਹੱਥ ਜੋੜ ਕੇ ਚੰਦੂ ਪਾਪੀ ਨੇ ਇਸ ਤਰ੍ਹਾਂ ਆਖਿਆ ਵੀ ਮੇਰੀ ਬੇਨਤੀ ਹੈ ਬਾਦਸ਼ਾਹ ਜੀ, ਮਾਝੇ ਦੇਸ਼ ਹਕੀਕਤ ਵੀ ਸਾਰੀ। ਜਿਹੜੀ ਮਾਝੇ ਦੇਸ਼ ਦੀ ਸਾਰੀ ਹਕੀਕਤ ਹਾਲ ਹੈ, ਕਹਿਤ ਆਏ ਜੈਸੇ ਧਨ ਭਾਰੀ। ਉਹਦੇ ਬਾਬਤ ਸੁਣਾਉਣ ਲੱਗ ਪਿਆ ਵੀ ਜਿਹਦੇ ਨਾਲ ਭਾਰੀ ਧਨ ਆਵੇ। ਵੀ ਮਾਝੇ ਵਾਲੇ ਪਾਸਿਓਂ ਗੱਲ ਜੀ ਸ਼ੁਰੂ ਕੀਤੀ ਇਹਨੇ ਪਾਪੀ ਚੰਦੂ ਨੇ, ਤੇ ਇਸ ਤਰ੍ਹਾਂ ਕੀਤੀ ਵੀ ਉਧਰ ਮਾਮਲਾ ਰਹਿੰਦਾ ਹੈ, ਇੱਥੋਂ ਫੌਜ ਭੇਜਣੀ ਚਾਹੀਦੀ ਹੈ। ਇਸ ਤਰ੍ਹਾਂ ਦੀਆਂ ਗੱਲਾਂ ਦੀਆਂ ਸਾਰੀਆਂ ਕਹਿ ਕੇ ਤੇ ਫਿਰ ਬਾਦਸ਼ਾਹ ਨੂੰ ਕਹਿਣ ਲੱਗਿਆ ਹੈ, ਸ਼੍ਰੀ ਅਰਜਨ ਜੋ ਤੁਮ ਬੁਲਵਾਏ। ਤੇ ਜਿਹੜੇ ਤੁਸਾਂ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਬੁਲਾਏ ਸਨਗੇ ਨਾ ਲਾਹੌਰ ਆਪਦੇ ਪਾਸ, ਲਵਪੁਰ ਮਿਲੇ ਆਪ ਢਿਗ ਆਏ। ਤੁਹਾਨੂੰ ਮਿਲੇ ਸੀ, ਯਾਦ ਹੋਣਾ ਹੈ, ਉਹ ਲਾਹੌਰ ਕਚਹਿਰੀ ਵਿੱਚ ਤੁਹਾਨੂੰ ਗੁਰੂ ਅਰਜਨ ਦੇਵ ਜੀ ਮਿਲੇ ਸਨ ਆ ਕਰਕੇ। ਤਿਨ ਪਰਲੋਕ ਭਇਓ ਤਹ ਜਬ ਤੇ ਤੇ। ਪਾਪੀ ਚੰਦੂ ਕਹਿੰਦਾ ਹੈ ਵੀ ਬਾਦਸ਼ਾਹ ਜਦੋਂ ਦਾ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪਰਲੋਕ ਗਮਨ ਹੋ ਗਿਆ ਹੈ, ਇਸ ਸੰਸਾਰ ਤੋਂ ਅਕਾਲ ਚਲਾਣਾ ਕਰ ਗਏ ਹਨ, ਸੁਤ ਬੈਠਿਓ ਗਾਦੀ ਪਰ ਤਬ ਤੇ ਤੇ। ਸੁਣਿਆ ਵੀ ਉਹਨਾਂ ਦਾ ਪੁੱਤਰ ਹਰਗੋਬਿੰਦ ਸਾਹਿਬ ਗੱਦੀ ਤੇ ਬਹਿ ਗਿਆ ਹੈ, ਉਹਨਾਂ ਦੇ ਤਖਤ ਤੇ ਬੈਠ ਗਿਆ ਹੈ। ਜਹਾਂਗੀਰ ਸੁਨ ਬੂਝਣ ਤੇ ਲਾਗੇ। ਜਹਾਂਗੀਰ ਜਿਹੜਾ ਸੁਣ ਕੇ ਇਹ ਪਾਪੀ ਚੰਦੂ ਤੋਂ ਹੁਣ ਇੱਥੇ ਕਵੀ ਵਿਖਾ ਰਹੇ ਆ, ਜਣਾ ਰਿਹਾ ਵੀ ਜਹਾਂਗੀਰ ਨੂੰ ਪਤਾ ਕੁਝ ਨਹੀਂ ਸੀ ਸ਼ਹੀਦੀ ਬਾਰੇ। ਇਹ ਕਵੀ ਸੰਤੋਖ ਸਿੰਘ ਐ ਪੱਖ ਰੱਖਦਾ ਹੈ। ਉਸ ਤਰ੍ਹਾਂ ਕੁਝ ਇਤਿਹਾਸਕ ਗ੍ਰੰਥਾਂ ਵਿੱਚ ਸਾਫ਼ ਜ਼ਾਹਿਰ ਹੈ ਵੀ ਪਾਪੀ ਚੰਦੂ ਦਾ ਪੂਰਾ ਹੱਥ ਤਾਂ ਹੈ ਹੀ ਹੈ, ਪਰ ਜਹਾਂਗੀਰ ਬਾਦਸ਼ਾਹ ਦਾ ਵੀ ਬਰਾਬਰ ਦਾ ਹੀ ਦੋਸ਼ ਸੀਗਾ ਮਹਾਰਾਜ ਨੂੰ ਸ਼ਹੀਦ ਕਰਨ ਵਿੱਚ। ਤੋ ਰਹੋ ਵਿਚਾਰ ਕਵੀ ਸੰਤੋਖ ਸਿੰਘ ਜੀ ਜਿਵੇਂ ਲਿਖਦੇ ਆ, ਇੱਧਰ ਇਹ ਪਾਪੀ ਚੰਦੂ ਜਿਹੜਾ ਉਹ ਕਹਿੰਦਾ ਹੈ ਕਿ ਗੁਰੂ ਅਰਜਨ ਦੇਵ ਸਾਹਿਬ ਤਾਂ ਪਰਲੋਕ ਗਮਨ ਕਰ ਗਏ ਹੈ, ਪਿੱਛੇ ਜੇ ਉਹਨਾਂ ਦੇ ਪੁੱਤਰ ਹਰਗੋਬਿੰਦ ਸਾਹਿਬ ਜੀ ਗੱਦੀ ਗੁਰਤਾ ਤੇ ਬਹਿ ਗਏ ਹੈ। ਬਾਦਸ਼ਾਹ ਹੈਰਾਨੀ ਨਾਲ ਪੁੱਛਦਾ ਵੀ ਕਦੋਂ ਕੁਦੇ ਗੁਰੂ ਅਰਜਨ ਦੇਵ ਸਾਹਿਬ ਜੀ ਸ਼ਹੀਦ ਹੋ ਗਏ ਜਾਂ ਚੜ੍ਹਾਈ ਕਰ ਗਏ ਹਨ। ਕਬ ਕੇ ਕਿਮ ਸ਼੍ਰੀ ਨਾਨਕ ਗੁਰ ਨਾਨਕ ਤਨ ਤਿਆਗੇ। ਤੇ ਕਦੋਂ ਇਹਨਾਂ ਨੇ ਤਿਆਗਿਆ ਹੈ ਸਰੀਰ ਆਪਣਾ, ਗੁਰੂ ਅਰਜਨ ਦੇਵ ਸਾਹਿਬ ਨੇ ਕਿੰਨੇ ਕੁ ਦਿਨ ਹੋ ਗਏ ਤੇ ਕਿੱਥੇ ਇਹ ਪਰਲੋਕ ਸੁਧਾਰੇ ਹਨ। ਹਮ ਜਬ ਮਿਲੇ ਕਿਤਕ ਦਿਨ ਪਾਛੇ। ਤੇ ਅਜੇ ਕਿੰਨੇ ਕੁ ਦਿਨ ਤਾਂ ਹੋਏ ਅਜੇ ਅਸੀਂ ਮਿਲ ਕੇ ਆਏ ਹਾਂ ਜਿਨ੍ਹਾਂ ਨੂੰ ਇੱਥੇ ਲਾਹੌਰ ਵਿੱਚ ਆ ਕਰਕੇ। ਜਾਂ ਇਹ ਕਹਿੰਦਾ ਜਹਾਂਗੀਰ ਬਾਦਸ਼ਾਹ ਵੀ ਗੁਰੂ ਅਰਜਨ ਦੇਵ ਜੀ ਦੇ ਪਰਲੋਕ ਗਮਨ ਹੋਏ ਨੂੰ ਕਿੰਨੇ ਕੁ ਦਿਨ ਹੋਏ ਆ, ਵੀ ਜਿੱਦਾਂ ਅਸੀਂ ਮਿਲ ਕੇ ਆਏ ਹਾਂ ਲਾਹੌਰ ਕਚਹਿਰੀ ਵਿੱਚ, ਉਸ ਪੇਛੀ ਤੋਂ ਬਾਅਦ ਕਿੰਨੇ ਕੁ ਦਿਨਾਂ ਬਾਅਦ ਗੁਰੂ ਅਰਜਨ ਦੇਵ ਸਾਹਿਬ ਜੀ ਅਕਾਲ ਚਲਾਣਾ ਕਰ ਗਏ ਹੈ। ਭਾ ਪ੍ਰਲੋਕ ਕੌਣ ਥਲ ਆਛੇ। ਤੇ ਕਿਸ ਸੁੰਦਰ ਜਗ੍ਹਾ ਤੇ ਉਹਨਾਂ ਨੇ ਸਰੀਰ ਤਿਆਗਿਆ ਹੈ। ਸ਼ਾਂਤ ਰੂਪ ਸ਼ੋਭਤ ਜਿਨ ਸੂਰਤ। ਤੇ ਬਾਦਸ਼ਾਹ ਸੋਭਾ ਕਰਦਾ ਹੈ ਪਾਤਸ਼ਾਹ ਮਹਾਰਾਜ ਦੀ ਕਿ ਬੜੀ ਸ਼ਾਂਤੀ ਸਰੂਪ ਸਨ, ਬਹੁਤ ਤੇਜ ਪ੍ਰਤਾਪ ਵਾਲੇ ਕੋਈ ਫਕੀਰ ਸਨ, ਤੇ ਬੜਾ ਇਹਨਾਂ ਦਾ ਤੇਜ ਪ੍ਰਤਾਪ ਸੀ ਰੂਪ, ਜਿਨ੍ਹਾਂ ਦਾ ਐਨ ਸ਼ਾਂਤੀ ਸਹਿਤ ਹੈ ਸੀ। ਮਨਹਾ ਵਿਰਾਗ ਧਰੀ ਨਿਜ ਮੂਰਤ। ਤੇ ਉਹ ਵੇਖ ਕੇ ਉਹ ਮਹਿਸੂਸ ਹੁੰਦਾ ਸੀ ਜਿਵੇਂ ਵਿਰਾਗ ਨੇ ਇੱਕ ਸਰੂਪ ਧਾਰਿਆ ਹੁੰਦਾ ਹੈ। ਮ੍ਰਿਦੁਲ ਬਚਨ ਸੁਨ ਬੇਰੁਚ ਜਾਗੈ। ਤੇ ਉਹਨਾਂ ਦੇ ਮਿੱਠੇ ਬਚਨ ਸੁਣ ਕੇ ਹਿਰਦੇ ਵਿੱਚ ਧਰਮ ਨੂੰ ਤੇ ਪਰਮੇਸ਼ਰ ਨੂੰ, ਅੱਲਾ ਨੂੰ ਪ੍ਰਾਪਤ ਕਰਨ ਦੀ ਰੁਚੀ ਜਾਗ ਪੈਂਦੀ ਸੀ। ਪ੍ਰਭ ਲਿਵ ਲੱਗਾ ਹੈ ਤੰਦ ਜਗ ਤਿਆਗੈ। ਜਿਨ੍ਹਾਂ ਨੇ ਪ੍ਰਭੂ ਨਾਲ ਲਿਵ ਲਵਾ ਦਿੰਦੇ ਸੀ, ਉਹਨਾਂ ਦੇ ਬਚਨ ਸੁਣ ਲਈਦੇ ਸੀ ਤੇ ਖਿੱਚ ਪੈਂਦੀ ਸੀ ਵੀ ਪਰਮੇਸ਼ਰ ਦੀ ਬੰਦਗੀ ਕਰਨੀ ਚਾਹੀਦੀ ਹੈ ਬੰਦੇ ਨੂੰ। ਤੋ ਧੰਦੇ ਸਾਰੇ ਛਡਾ ਦਿੰਦੇ, ਇਹੋ ਜਿਹੇ ਬਚਨ ਕਰਨ ਵਾਲੇ ਸਨ। ਸੁਣ ਜਸ ਚੰਦੂ ਜਰ ਬਰ ਗਇਓ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਵਡਿਆਈ ਜਸ ਸੁਣ ਕੇ ਇਸ ਜਹਾਂਗੀਰ ਬਾਦਸ਼ਾਹ ਦੇ ਮੂੰਹ ਤੇ ਚੰਦੂ ਐਨ ਸੜ ਬਲ ਕੇ ਕੋਲਾ ਹੋ ਗਿਆ, ਬਹੁਤ ਦੁਖੀ ਹੋਇਆ ਹੈ। ਬਾਤ ਫਰੇਬ ਬਨਾਵਤ ਭਇਓ। ਤੇ ਫਰੇਬ ਜੇ ਨਾਲ ਧੋਖੇ ਦੇ ਨਾਲ ਬਾਦਸ਼ਾਹ ਨੂੰ ਬਾਤ ਬਣਾ ਕੇ ਕੋਲੋਂ ਦੱਸ ਰਿਹਾ ਹੈ। ਸੁਣਹਾ ਸ਼ਾਹ ਜੀ ਲਵਪੁਰ ਮਾਹੀ। ਬਾਦਸ਼ਾਹ ਕੀ ਪੁੱਛਦੇ ਹੋ?
ਉਹ ਤਾਂ ਲਾਹੌਰ ਦੇ ਵਿੱਚ ਅਕਾਲ ਚਲਾਣਾ ਜਾਂ ਪਰਲੋਕ ਸੁਧਾਰ ਗਏ ਸਨ। ਮਿਲੇ ਗੁਰੂ ਜਬ ਬਰਾਬਰ ਪਾਹੀ। ਕਿਉਂਕਿ ਜਦੋਂ ਤੁਹਾਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਚਹਿਰੀ ਵਿੱਚ ਆਏ ਸੀ, ਲਾਹੌਰ ਮਿਲੇ ਸਨ, ਤਿਸ ਪਾਛੇ ਕੇਤਿਕ ਦਿਨ ਮਾਹ ਰਹੇ। ਉਦੋਂ 4 ਕੁ ਦਿਨ ਜਿਹੜੇ ਆ ਬਸ ਰਹੇ ਆ ਇੱਥੇ ਲਾਹੌਰ ਦੇ ਅੰਦਰ ਹੀ। ਹੈ ਜਾ ਹੋਏ ਮਹਾ ਦੁਖ ਲਹੇ। ਤੇ ਕਹਿੰਦੇ ਹੈਜਾ ਹੋ ਗਿਆ ਸੀ ਉਹਨਾਂ ਨੂੰ, ਜਿਸ ਕਰਕੇ ਬੜਾ ਭਾਰੀ ਦੁੱਖ। ਹੁਣ ਚੰਦੂ ਇਉਂ ਸੁਣਾਉਂਦਾ ਗੰਢ ਕੇ ਕੋਲੋਂ ਵੀ ਗੁਰੂ ਅਰਜਨ ਦੇਵ ਸਾਹਿਬ ਤਾਂ ਹੈਜੇ ਦੀ ਬਿਮਾਰੀ ਦੇ ਨਾਲ ਜਿਹੜੇ ਉਹ ਪਰਲੋਕ ਸੁਧਾਰ ਗਏ ਹਨ। ਰਾਵੀ ਤੀਰ ਜਾਏ ਤਨ ਤਿਆਗਾ। ਇਹ ਬਿਮਾਰੀ ਹੋਣ ਕਰਕੇ ਉਹ ਫਿਰ ਰਾਵੀ ਨਦੀ ਦੇ ਕੰਢੇ ਤੇ ਜਾ ਉਹਨਾਂ ਨੇ ਅੰਮ੍ਰਿਤ ਵੇਲੇ ਆਪਣਾ ਸਰੀਰ ਤਿਆਗ ਦਿੱਤਾ ਸੀ। ਸੰਗਤ ਮਿਲੀ ਦਿਓ ਤਹ ਦਾਗਾ। ਬੜੀ ਸੰਗਤ ਮਿਲ ਕਰਕੇ ਸਾਰੀ ਲਾਹੌਰ ਦੀ ਸੰਗਤ ਨੇ ਰਾਵੀ ਦੇ ਕੰਢੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਸੀ। ਤਿੰਨ ਕੋ ਸੁਤ ਸ਼੍ਰੀ ਹਰਗੋਬਿੰਦ। ਤੇ ਫਿਰ ਅਗਲੀ ਗੱਲ ਮੁੱਦੇ ਦੀ ਤੇ ਆਉਂਦਾ, ਕਹਿੰਦਾ ਪਾਤਸ਼ਾਹ ਉਹਨਾਂ ਦੇ ਜਿਹੜੇ ਸਾਹਿਬਜ਼ਾਦੇ ਆ ਨਾ, ਹਰਗੋਬਿੰਦ ਸਾਹਿਬ ਨਾਮ ਸੁਣੀਂਦਾ ਹੈ। ਥਿਰ ਗਾਦੀ ਪਰ ਤਰਨ ਬਿਲੰਦ। ਤੇ ਥੋੜੀ ਉਮਰ ਆ, ਭਾਵ ਗੱਭਰੂ ਅਜੇ ਜਵਾਨ ਹੋ ਰਹੇ ਆ, ਤੇ ਜਵਾਨੀ ਚੜ੍ਹਦਿਆਂ ਹੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਤਖਤ ਤੇ ਬੈਠ ਗਏ। 6ਵੇਂ ਸਥਾਨ ਤੇ ਇਹ ਹਨ ਗੁਰੂ ਬਣੇ ਹੋਏ। ਤਿੰਨ ਕੋ ਬੋਲਣ ਅਰ ਵਿਵਹਾਰ। ਵੀ ਉਹਨਾਂ ਗੱਦੀ ਛੱਡ ਦਿੱਤੀ ਤੇ ਗੱਦੀ ਛੱਡ ਕੇ ਤੇ ਤਖਤ ਤੇ ਬਹਿ ਗਏ ਇਸ ਤਰ੍ਹਾਂ। ਫਿਰ ਨਾਲ ਹੀ ਕਹਿ ਦਿੱਤਾ ਹੈ ਵੀ ਉਹਨਾਂ ਦਾ ਜਿਹੜਾ ਬੋਲਣ ਦਾ ਵਿਹਾਰ ਹੈ, ਜਿਹੜੇ ਬੋਲ ਚਾਲ ਹੈ, ਉਹਨਾਂ ਦਾ ਰਹਿਣ ਸਹਿਣ ਜਿਹੜਾ ਸੁਣੀਦਾ ਗੁਰੂ ਹਰਗੋਬਿੰਦ ਸਾਹਿਬ ਦਾ। ਲਵਪੁਰ ਤੇ ਆਈ ਅਖਬਾਰੂ। ਤੇ ਉਹਨਾਂ ਦੀ ਖਬਰ ਆਈ ਹੈ ਇੱਕ ਬਾਦਸ਼ਾਹ, ਮੈਂ ਪੜ੍ਹੀ ਖਬਰ, ਉਹ ਲਾਹੌਰ ਇਹ ਜਿਹੜੇ ਵੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੂੰ ਸ਼ਹੀਦ ਕੀਤਾ, ਉਹਨਾਂ ਦੇ ਸਾਹਿਬਜ਼ਾਦੇ ਹੁਣ ਜਦੋਂ ਗੁਰਤਾ ਬੈਠੇ ਤਖਤ ਤੇ, ਉਹਨਾਂ ਦੀ ਇੱਕ ਖਬਰ ਆਈ ਹੈ ਲਾਹੌਰ ਤੋਂ, ਉਹ ਮੈਂ ਸੁਣਨਾ ਕੀਤੀ, ਜਰਾ ਤੁਸੀਂ ਵੀ ਸੁਣ ਲਵੋ। ਸੋ ਖਤ ਪਠ ਕੈ ਮੈਂ ਬਿਸਮਾਇਓ। ਮੈਂ ਤਾਂ ਖਤ ਪੜ੍ਹ ਕੇ ਹੈਰਾਨ ਹੀ ਹੋ ਗਿਆ ਜਦੋਂ ਇਹ ਖਬਰ ਮੈਨੂੰ ਕਿਸੇ ਆਪਣੀ ਸੂਈਏ ਨੇ ਦਿੱਤੀ ਹੈ। ਸਕਲ ਅਪੂਰਸ ਵਿਉਂਤ ਬਨਾਇਓ। ਵੀ ਸਾਰੀ ਵਿਉਂਤ ਹੀ ਵਿਗੜ ਗਈ ਸਾਰੀ, ਭਾਵ ਵੀ ਜਿਹੜਾ ਕੁਝ ਪਹਿਲਾਂ ਚੱਲਦਾ ਸੀ ਨਾ ਗੁਰੂ ਘਰ ਵਿੱਚ, ਉਹ ਸਾਰੇ ਦੀ ਸਾਰਾ ਕੁਝ ਹੀ ਪਲਟ ਕੇ ਰੱਖ ਦਿੱਤਾ ਹੈ। ਤਖਤ ਨਾਮ ਗਾਦੀ ਕੋ ਰਾਖਿਓ। ਉਹ ਇਹ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਗੱਦੀ ਦਾ ਛੱਡ ਕੇ ਗੱਦੀ ਨੂੰ, ਤੇ ਉਹਦਾ ਨਾਮ ਤਖਤ ਰੱਖ ਕੇ ਤੇ ਬਹੁਤ ਉੱਚਾ ਅਕਾਲ ਤਖਤ ਬਣਵਾ ਦਿੱਤਾ। ਭਾਵ ਵੀ ਆਪਦਾ ਪਹਿਲਾ ਜਿਹੜਾ ਸੀਗਾ ਉਹ ਕਿਰਿਆ, ਉਹ ਮਰਿਆਦਾ ਨੂੰ ਛੱਡ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਗੱਦੀ ਤਿਆਗ ਤੇ ਹੁਣ ਤਖਤ ਤੇ ਬੈਠ ਗਏ ਹਨ, ਤਖਤ ਬਣਵਾ ਕੇ ਬਹਿ ਗਏ ਸਾਜੇ ਕਰਕੇ। ਆ ਯੁੱਧ ਵਿਦਿਆ ਮਹਿ ਅਭਲਾਖਿਓ। ਤੇ ਮੈਂ ਤਾਂ ਬਾਦਸ਼ਾਹ ਵੀ ਸੁਣਿਆ ਵੀ ਯੁੱਧ ਕਰਨ ਦੀ ਬੜੀ ਇੱਛਾ ਰੱਖਦੇ ਆ, ਤੇ ਸ਼ਾਸਤਰ ਦੀ ਵਿਦਿਆ ਦੇ ਬੜੇ ਧਨੀ ਆ, ਸਿਖਾਉਂਦੇ ਵੀ ਆ ਤੇ ਇੱਛਾ ਵੀ ਰੱਖਦੇ ਹੈ। ਤਜਿਓ ਫਕੀਰੀ ਕੋ ਬਹ ਬੇਸ। ਫਕੀਰਾਂ ਵਾਲਾ ਪਿਛਲੇ 5 ਪਾਤਸ਼ਾਹਾਂ ਵਾਲਾ ਉਹਨਾਂ ਨੇ ਸਾਰਾ ਬੇਸ ਭੇਖ ਤਿਆਗ ਦਿੱਤਾ ਹੈ। ਸਮਤਾ ਚਾਹਤ ਸ਼ਾਹੋ ਵਿਸ਼ੇਸ਼। ਤੇ ਵਿਸ਼ੇਸ਼ ਬਾਦਸ਼ਾਹ ਵਾਂਗੂ ਬਰਾਬਰੀ ਚਾਹੁੰਦੇ ਆ, ਭਾਵ ਤੁਹਾਡੀ ਬਰਾਬਰੀ ਕਰੀ ਚਾਹੁੰਦੇ ਆ। ਉਹ ਤਾਂ ਬਾਦਸ਼ਾਹਤ ਸ਼ਾਹੀ ਠਾਠ ਬਲ ਵਾਲੇ ਪਾਸੇ ਤੁਰ ਪਏ ਹਨ। ਸੰਗ ਚਮੂਹਿਤ ਜੰਗ ਕਰਨ ਕੇ। ਤੇ ਜੰਗ ਕਰਨ ਵਾਸਤੇ ਬਾਦਸ਼ਾਹ ਸਲਾਮਤ ਗੁਰੂ ਹਰਗੋਬਿੰਦ ਸਾਹਿਬ ਜੀ ਫੌਜਾਂ ਵੀ ਰੱਖ ਰਹੇ ਹਨ। ਰਾਖਤ ਦਿਨ ਪ੍ਰਤ ਸੁਬਟ ਬਰਨ ਕੇ। ਰੋਜ਼ ਭਰਤੀ ਹੁੰਦੀ ਹੈ, ਬੜੇ ਬੜੇ ਸੂਰਮੇ ਸਾਹਿਤ ਸ਼ਾਸਤਰਾਂ ਦੇ ਭਰਤੀ ਕੀਤੇ ਜਾ ਰਹੇ ਹਨ। ਕਹਿਵਾਵਣ ਲਾਗਿਓ ਪਤਸ਼ਾਹੂ। ਤੋ ਰੋਜ਼ ਭਰਤੀਆਂ ਹੁੰਦੀਆਂ ਇਹੋ ਇਸ ਤਰ੍ਹਾਂ ਬਾਦਸ਼ਾਹ ਨੂੰ ਦੱਸਦਾ ਚੰਦੂ। ਸੁਣ ਕੇ ਜਿਹੜਾ ਬਾਦਸ਼ਾਹ ਜਹਾਂਗੀਰ ਹੈ ਉਹ ਚੰਦੂ ਨੂੰ ਕਹਿਣ ਲੱਗਿਆ ਵੈ, ਕਰਹਿ ਅਖੇਰ ਬ੍ਰਿਤ ਬਨ ਮਾਹੂ। ਤੋ ਇਸ ਤਰ੍ਹਾਂ ਚੰਦੂ ਵਾਹਿਗੁਰੂ ਫੇਰ ਕਹਿੰਦਾ ਕਿ ਇਹੋ ਜਿਹਾ ਹਾਲਾਤ ਬਣੇ ਹੋਏ ਆ। ਤੋ ਬਾਦਸ਼ਾਹ ਇਸ ਤੋਂ ਇਲਾਵਾ ਹੋਰ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਖੇਡਦੇ ਆ ਸ਼ਾਸਤਰ ਵਿਦਿਆ, ਤੇ ਦੂਜਿਆਂ ਨੂੰ ਸ਼ਾਸਤਰ ਵਿਦਿਆ ਸਿਖਾਉਂਦੇ ਆ। ਕਹਿਵਾਵਨ ਲਾਗਿਓ ਪਾਤਸ਼ਾਹੂ, ਆਪਦੇ ਆਪ ਨੂੰ ਸੱਚੇ ਪਾਤਸ਼ਾਹ ਸਿੱਖਾਂ ਤੋਂ ਕਹਾ ਰਹੇ ਹਨ। ਕਰਹਿ ਅਖੇਰ ਬ੍ਰਿਤ ਬਨ ਮਾਹੂ। ਜੰਗਲ ਵਿੱਚ ਜਾ ਕੇ ਅਖੇਰ ਬਿਰਤੀ ਕਰਦੇ ਐ, ਜਿਹੜੀ ਵੈ ਸ਼ਿਕਾਰ ਕਰਨ ਦੀ ਬਿਰਤੀ ਨਾਲ ਜਾ ਜਾ ਕੇ ਜੰਗਲ ਵਿੱਚ ਸ਼ਿਕਾਰ ਖੇਡਦੇ ਹਨ। ਪੂਰਬ ਸਾਕੇ ਬ੍ਰਿੰਦ ਪਵਾੜੇ। ਤੇ ਬਾਦਸ਼ਾਹ ਵੇਖੋ ਵੀ ਜਿਹੜੇ ਪਹਿਲਾਂ ਕੋਈ ਵੱਡੇ ਵੱਡੇ ਸੂਰਮੇ ਯੋਧੇ ਝਗੜਿਆਂ ਵਿੱਚ ਯੁੱਧ ਕਰਨ ਦੇ ਵਿੱਚ ਮਰੇ ਹੋਏ ਐ, ਸ਼ਹੀਦ ਹੋਏ ਹੋਏ ਹਨ।
ਜਿਨ੍ਹਾਂ ਕੀਨ ਵੱਡ ਜੰਗ ਅਖਾੜੇ। ਜਿਨ੍ਹਾਂ ਸੂਰਮਿਆਂ ਨੇ ਕੋ ਵੱਡੇ ਜੰਗ ਵੱਡੇ ਯੁੱਧ ਕੀਤੇ ਐ, ਧਰਮ ਦੇ ਜੰਗ ਲੜੇ ਹਨ। ਤਿਨ ਕੋ ਸੁਣਹਿ ਢਾਡੀਅਨ ਪਾਸ। ਇਹੋ ਜਿਹੇ ਸੂਰਮਿਆਂ ਦੇ ਪ੍ਰਸੰਗ ਜਿਹੜੇ ਆ ਵਾਰਾਂ ਦੇ ਰੂਪ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਘਰ ਵਿੱਚ ਰੱਖੇ ਹੋਏ ਢਾਡੀਆਂ ਤੋਂ ਸੁਣਦੇ ਵੈ। ਪੁਨ ਆਪਣੋ ਬਲ ਕਹਿ ਪ੍ਰਕਾਸ਼। ਨਾਲੇ ਵਾਰਾਂ ਸੁਣਦੇ ਤੇ ਨਾਲੇ ਆਪਦਾ ਵੀ ਬਲ ਪ੍ਰਕਾਸ਼ ਕਰ ਕਰਕੇ ਵਿਖਾਉਂਦੇ ਆ। ਭਾਵ ਵੀ ਆਪਦੀ ਤਾਕਤ ਵੀ ਕਹਿੰਦੇ ਵੀ ਅਸੀਂ ਇਹਨਾਂ ਵਰਗੇ ਸੂਰਮੇ ਪੈਦਾ ਕਰਨੇ ਹਨ। ਬਿਨਾ ਪਰ ਗਣੇ ਬਿਨ ਤੁਮ ਕਹੇ। ਤੋ ਇਸ ਤਰ੍ਹਾਂ ਬਾਦਸ਼ਾਹ ਵੀ ਨਾ ਉਹਨਾਂ ਦੇ ਕੋਲ ਕੋਈ ਪਰਗਣਾ ਹੈ, ਕੋਈ ਜ਼ਮੀਨ ਜਾਇਦਾਦ ਭਾਵ ਕਿਤੋਂ ਦੀ ਹਾਕਮੀਅਤ ਨਹੀਂ ਹੈ ਵੀ ਕੋਈ ਵੱਡਾ ਪਰਗਣਾ ਹੋਵੇ। ਤੇ ਦੂਜੀ ਗੱਲ ਹੈ ਵੀ ਤੁਹਾਡਾ ਕੋਈ ਹੁਕਮ ਨਹੀਂ ਉਹਨਾਂ ਨੂੰ ਵੀ ਤੁਸੀਂ ਫੌਜ ਰੱਖ ਲਵੋ। ਤੁਹਾਡੇ ਹੁਕਮ ਤੋਂ ਬਿਨਾਂ ਤੇ ਨਾਲ ਨਾਲ ਬਿਨਾਂ ਪਰਗਣੇ ਤੋਂ ਬਿਨਾਂ ਕੋਈ ਜ਼ਮੀਨ ਜਾਇਦਾਦ ਉੱਥੇ ਜਾਂ ਉਹਨਾਂ ਕੋਲ ਕੋਈ ਇਲਾਕਾ ਦਿੱਤਾ ਹੋਵੇ ਤੁਹਾਡੇ ਦੁਆਰਾ, ਨਾ ਉਹਨਾਂ ਕੋਲ ਕੋਈ ਪਰਗਣਾ ਹੈ ਤੇ ਤੁਹਾਡੀ ਆਗਿਆ ਤੋਂ ਬਿਨਾਂ ਮਰਜ਼ੀ ਦੇ ਨਾਲ ਸੈਣ ਸਕੇਲਤ ਮਨ ਗਨ ਨਿਤ ਲਾਹੇ। ਤੇ ਰੋਜ਼ ਬੜੀ ਫੌਜ ਜਿਹੜੀ ਆ ਇਕੱਠੀ ਕਰਦੇ ਰਹਿੰਦੇ ਆ, ਰੋਜ਼ ਰੋਜ਼ ਫੌਜ ਇਕੱਠੀ ਕਰਦੇ ਸੂਰਮੇ ਭਰਤੀ ਕਰਦੇ ਹਨ। ਆਸ ਨਹਿ ਹੋਏ ਉਠਾਵਹਿ ਧੁੰਦ। ਤੋ ਇਹ ਨਾ ਹੋਵੇ ਬਾਦਸ਼ਾਹ ਵੀ ਉਹਦੀ ਤਾਕਤ ਵੱਧ ਜਾਵੇ ਹਰਗੋਬਿੰਦ ਸਾਹਿਬ ਦੀ ਤੇ ਕਿਤੇ ਧੁੰਦ ਉਠਾਵੇ, ਭਾਵ ਵੀ ਕੋਈ ਤੁਹਾਡੇ ਵਾਸਤੇ ਵੱਡੀ ਮੁਸ਼ਕਲ ਖੜੀ ਕਰ ਦੇਵੇ, ਕੋਈ ਬਗਾਵਤ ਹੋ ਜਾਵੇ। ਇਸ ਤਰ੍ਹਾਂ ਕੁਝ ਨਾ ਕੁਝ ਇਹੋ ਜਿਹੇ ਹਾਲਾਤ ਬਣ ਸਕਦੇ ਹਨ। ਕਿਮ ਟਿਕ ਰਹਿ ਸੁਬਟ ਮਿਲ ਬ੍ਰਿੰਦ। ਕਿਉਂਕਿ ਸੂਰਮੇ ਬੜੇ ਆ ਉਹਨਾਂ ਦੇ ਕੋਲ, ਤੇ ਟਿਕ ਕੇ ਕਿਵੇਂ ਰਹਿ ਸਕਦੇ? ਜਿਹਦੇ ਕੋਲ ਤਾਕਤ ਹੋਵੇ ਉਹ ਇੱਕ ਵਾਰੀ ਵਰਤ ਕੇ ਜ਼ਰੂਰ ਵੇਖਦਾ। ਇਹ ਮੁਸ਼ਕਲ ਹੈ ਵੀ ਜੇ ਕਿਤੇ ਟਲ ਜਾਣ, ਟਲਣਗੇ ਨਹੀਂ। ਕਹਿ ਨਿਜ ਚਮੂ ਚੜਾਵਣ ਕਹੀ ਕਰੀਆ ਹੈ। ਤੇ ਮੈਂ ਤਾਂ ਕਹਿਣਾ ਬਾਦਸ਼ਾਹ ਵੀ ਤੁਸੀਂ ਜਾਂ ਤਾਂ ਆਪਦੀ ਫੌਜ ਚੜਾਉਣੀ ਕਰੋ ਵੀ ਆਪਾਂ ਫੌਜ ਇੱਥੋਂ ਹਰਗੋਬਿੰਦ ਸਾਹਿਬ ਤੇ ਚਾੜ ਕੇ ਅੰਮ੍ਰਿਤਸਰ ਸਾਹਿਬ ਬਿਨਾ ਲਰੇ ਹੀ ਪ੍ਰਥਮ ਪਕਰੀਆ ਹੈ। ਤੇ ਪਹਿਲਾਂ ਹੀ ਯੁੱਧ ਲੜਨ ਤੋਂ ਫੌਜ ਬਣਾਉਣ ਤੋਂ ਪਹਿਲਾਂ ਹੀ ਹਰਗੋਬਿੰਦ ਸਾਹਿਬ ਨੂੰ ਕੈਦ ਕੀਤਾ ਜਾਵੇ। ਕਹਿ ਭੇਜਿਓ ਨਰ ਆਛੋ ਕੋਏ। ਜੇ ਨਹੀਂ ਫਿਰ ਇਸ ਤਰ੍ਹਾਂ ਕਰਨਾ ਤੇ ਕੋਈ ਚੰਗਾ ਸਿਆਣਾ ਦਾਨਾ ਮਨੁੱਖ ਭੇਜਿਆ ਜਾਵੇ। ਆਪਣੇ ਨਿਕਟ ਹਕਾਰ ਹਸੋਏ। ਤੇ ਸੱਦਾ ਦੇ ਕੇ ਕਿਸੇ ਨੂੰ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਦੇ ਕੋਲ ਇੱਥੇ ਸੱਦ ਲਓ ਦਿੱਲੀ। ਦੱਬਿਓ ਰਹਿ ਨਹਿ ਧੁੰਦ ਉਠਾਵੈ। ਤੇ ਇੱਥੇ ਜਾਂ ਫਿਰ ਜਿਹੜਾ ਨਜ਼ਰਬੰਦ ਕਰ ਦੇਵਾਂਗੇ, ਕਿਲਾਬੰਦੀ ਕਰ ਦੇਵਾਂਗੇ, ਕਿਸੇ ਤਰੀਕੇ ਨਾਲ ਕੋਈ ਵਿਧੀ ਬਣਾ ਕੇ ਰੋਕ ਲਵਾਂਗੇ। ਤੇ ਜਾਂ ਇੱਥੇ ਆਪਣ ਤੁਹਾਡਾ ਸ਼ਾਹੀ ਠਾਠ ਬਾਠ ਵੇਖ ਕੇ, ਤੁਹਾਡਾ ਦਬਦਬਾ ਵੇਖ ਕੇ ਕੁਝ ਗੱਲਾਂ ਨਾਲ ਪ੍ਰਭਾਵ ਪਾਵਾਂਗੇ ਤੇ ਜਾਣਗੇ ਹਰਗੋਬਿੰਦ ਸਾਹਿਬ ਦੀ ਹਕੂਮਤ ਇੱਥੇ ਹਿੰਦੁਸਤਾਨ ਵਿੱਚ ਇੱਕ ਦੀ ਚੱਲਣੀ ਹੈ। ਤੋ ਇਸ ਲਈ ਤੁਸੀਂ ਉਹਨਾਂ ਨੂੰ ਦਿੱਲੀ ਸੱਦ ਲਓ ਜੇ, ਇਹਨੇ ਨਾਲ ਦਬੇ ਰਹਿਣਗੇ ਥੋੜ੍ਹਾ ਜਿਹਾ ਤੁਹਾਡੇ ਤੋਂ। ਆਪਣੇ ਨਿਕਟ ਹਕਾਰ ਹਸੋਏ। ਇਸ ਲਈ ਅਸੀਂ ਕਹਿੰਦੇ ਵੀ ਕੋਈ ਮਨੁੱਖ ਭੇਜ ਕੇ ਆਪਦੇ ਕੋਲ ਬੁਲਾ ਲੈਣਾ ਕਰੋ। ਆਗੈ ਆਪ ਕਰਹਾ ਜਿਉ ਪਾਵੈ। ਬਾਕੀ ਤੁਹਾਡੀ ਮਰਜ਼ੀ ਹੈ ਬਾਦਸ਼ਾਹ, ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਕਰ ਸਕਦੇ ਹੋ। ਸ਼ਾਹੂ ਸਮੀਪੀ ਜੇ ਉਮਰਾਊ। ਤੇ ਜਿਹੜੇ ਹੁਣ ਬਾਦਸ਼ਾਹ ਦੇ ਲਾਗੇ ਲਾਗੇ ਉਮਰਾਵ ਸਨ ਸਾਰੇ, ਕੋਈ ਅਮੀਰ ਵਜ਼ੀਰ ਅਹਿਲਕਾਰ ਜਿਹੜੇ ਵੱਡੇ ਵੱਡੇ ਅਹੁਦੇਦਾਰ ਬਾਦਸ਼ਾਹ ਦੇ ਕੋਲ ਬਹਿੰਦੇ ਆ। ਚੰਦ ਬਾਤ ਕੋ ਕਰ ਪ੍ਰਸ਼ਟਾਊ। ਉਹ ਚੰਦੂ ਜਿਹੜੀ ਗੱਲ ਕਰਦਾ ਤੇ ਉਹ ਸਿਰ ਹਿਲਾ ਦਿੰਦੇ ਜੀ ਬਿਲਕੁਲ ਬਾਦਸ਼ਾਹ ਐਸੇ ਤਰ੍ਹਾਂ ਹੀ ਹੈ। ਤੋ ਇਹਨੇ ਖਰੀਦੇ ਹੋਏ ਲਾਗੇ ਵਾਲੇ ਸਾਰੇ ਜਿਵੇਂ ਬਾਦਸ਼ਾਹ ਚੰਦੂ ਕਹਿੰਦੇ ਬਾਦਸ਼ਾਹ ਬਿਲਕੁਲ ਦਰੁਸਤ ਹੈ, ਬਿਲਕੁਲ ਚੰਦੂ ਜੋ ਕਹਿ ਰਹੇ ਆ ਇਸੇ ਤਰ੍ਹਾਂ ਹੀ ਹੋ ਰਿਹਾ ਹੈ। ਰਿਸ਼ਵਤ ਲੈਣ ਹਾਰ ਜੇ ਨਰ ਹੈ। ਉਹ ਕਵੀ ਕਹਿੰਦੇ ਜਿਹੜੇ ਕੋ ਆ ਵੱਡੀ ਲੈਣ ਵਾਲੇ ਮਨੁੱਖ ਹੁੰਦੇ ਆ ਨਾ, ਜਿਹੜੇ ਧਨ ਲੈ ਲੈਂਦੇ ਆ, ਰਿਸ਼ਵਤ ਲੈ ਲੈਂਦੇ ਹਨ। ਬੁਰਾ ਭਲਾ ਨਾ ਵਿਚਾਰਤ ਉਰ ਹੈ। ਉਹ ਨਹੀਂ ਚੰਗਾ ਮਾੜਾ ਵੇਂਦੇ, ਉਹਨਾਂ ਨੂੰ ਬਸ ਧੌਣ ਕਮਾਉਣ ਦੇ ਹਾਂ ਤੇ ਨਾ ਕਰਨ ਦੇ ਪੈਸੇ ਮਿਲਦੇ ਆ। ਮਾਇਆ ਲੈ ਕੇ ਉਹ ਚੰਗਾ ਮਾੜਾ ਕੀ ਹੈ ਉਹ ਨਹੀਂ ਪਰਵਾਹ ਕਰਦੇ। ਪਾਪ ਕਰਨਾ ਪੁੰਨ ਕਰਨਾ ਲਓ, ਦਿਓ ਮਾਇਆ ਝੂਠੀ ਗਵਾਹੀ ਦਵਾ ਲਓ। ਇਸ ਤਰ੍ਹਾਂ ਦੇ ਹਾਲਾਤ ਹਨ। ਜਿਸ ਤੇ ਲੈ ਤਿਸ ਕੋ ਰੁਖ ਕਰੈ। ਤੋ ਕਵੀ ਜੀ ਕਹਿੰਦੇ ਜਿਹੜੇ ਲੋਭੀ ਲੋਕ ਹੁੰਦੇ ਤਾਂ ਜਿਹਦੇ ਤੋਂ ਮਾਇਆ ਲੈਂਦੇ, ਜਿੱਧਰੋਂ ਗੱਫਾ ਮਿਲਿਆ ਹੈ ਉਧਰਲੇ ਪਾਸੇ ਦਾ ਪੱਖ ਰੱਖਦੇ ਆ, ਉਧਰਲੀ ਗੱਲ ਕਰਦੇ ਹੁੰਦੇ ਆ। ਸਾਚ ਕੇ ਝੂਠ ਵਿਚਾਰਨ ਧਰੈ। ਉਹ ਨਹੀਂ ਸੋਚਦੇ ਵੀ ਇਹ ਗੱਲ ਸੱਚ ਕਰਨ ਵਾਲੀ ਹੈ ਮੇਰੇ ਕਿ ਨਹੀਂ ਕਰਨ ਵਾਲੀ। ਵੱਡੀ ਲੈ ਲਈ, ਪੈਸੇ ਮਿਲ ਗਏ, ਸੱਚ ਬੁਲਾਓ ਝੂਠ ਬੁਲਾਓ, ਭਾਵੇਂ ਜਿੰਨੀਆਂ ਮਰਜ਼ੀ ਸਹੁੰਆਂ ਖਵਾਈ ਜਾਓ। ਤੋ ਕਵੀ ਜੀ ਕਹਿੰਦੇ ਇਹਨਾਂ ਦੀ ਇਹੋ ਜਿਹੀ ਹਾਲਤ ਹੁੰਦੀ ਹੈ। ਜਹਾਂਗੀਰ ਔਰ ਤਥਾ ਪਛਾਨੀ। ਤੇ ਹੁਣ ਜਹਾਂਗੀਰ ਦੇ ਕੋਲ ਸਾਰੇ ਹੀ ਚੰਦੂ ਦੇ ਖਰੀਦੇ ਹੋਏ ਆ ਤੇ ਅਕਸਰ ਜਹਾਂਗੀਰ ਵੀ ਬਾਦਸ਼ਾਹ
ਜਦੋਂ ਸਾਰੇ ਇੱਕੋ ਸੁਰ 'ਚ ਬੋਲਦੇ ਆ, ਦੋ ਚਾਰ ਸਵਾਲ ਜੇ ਕੀਤੇ ਪਾਏ ਜਹਾਂਗੀਰ ਬਾਦਸ਼ਾਹ ਨੇ, ਜਿੰਨੇ ਦੁਆਲੇ ਬੈਠੇ ਸਾਰੇ ਹੀ ਚੰਦੂ ਦੀ ਹਾਂ 'ਚ ਹਾਂ ਮਿਲਾਉਣ ਪਏ। ਤੋ ਬਾਦਸ਼ਾਹ ਜਹਾਂਗੀਰ ਨੇ ਸਾਰਾ ਕੁਝ ਵੇਖ ਸਮਝ ਕਰਕੇ ਮਿਲ ਸਕਲਨ ਜਿਮ ਕੀਨ ਬਖਾਨੀ। ਤੋ ਜਿਵੇਂ ਵੀ ਇਹ ਤਾਂ ਸਾਰੇ ਹੀ ਜਿਵੇਂ ਚੰਦੂ ਕਹਿੰਦਾ ਉਵੇਂ ਹੀ ਕਹਿੰਦੇ ਵੀ ਚੰਦੂ ਠੀਕ ਹੈ, ਚੰਦੂ ਠੀਕ ਹੈ। ਬਾਦਸ਼ਾਹ ਨੇ ਇਸ ਤਰ੍ਹਾਂ ਸਾਰਾ ਜਿਹੜਾ ਸਮਝ ਲੈਣਾ ਕੀਤਾ ਵੀ ਇਹ ਤਾਂ ਕੁਝ ਗੱਲਬਾਤ ਰਲੀ ਲੱਗਦੀ ਇਹਨਾਂ ਸਾਰਿਆਂ ਦੀ। ਜਹਾਂਗੀਰ ਨੇ ਸੋਚਿਆ ਹੈ ਸ਼੍ਰੀ ਗੁਰ ਗਾਦੀ ਕੇ ਗੁਣ ਭਾਰੇ। ਬਾਕੀ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਦੀ ਜਿਹੜੀ ਗੱਦੀ ਹੈ, ਆਪਣ ਵੱਡਣ ਤੇ ਪਰ ਲਖ ਉਪਕਾਰੇ। ਉਹਨਾਂ ਦੇ ਗੁਣ ਬੜੇ ਭਾਰੀ ਗੁਣਾਂ ਦੇ ਵਾਲੇ ਆ, ਜਿਨ੍ਹਾਂ ਦੀ ਨਿੰਦਾ ਚੰਦੂ ਕਰਦਾ ਤੋ ਸਾਰਾ ਜਹਾਨ ਹੀ ਉਹਨਾਂ ਦੇ ਪੈਰੀਂ ਪੈਂਦਾ। ਬੇਅੰਤ ਉਹਨਾਂ ਦੀ ਵਡਿਆਈ ਤੋ ਚੰਦੂ ਕਹੀ ਜਾਂਦਾ ਗੁਰਤਾ ਗੱਦੀ ਤੇ ਜਿਹੜੇ ਸੁਭਾਏਮਾਨ ਪਾਤਸ਼ਾਹ ਪਹਿਲਾਂ ਗੁਰੂ ਅਰਜਨ ਦੇਵ ਮਹਾਰਾਜ ਦੀ ਨਿੰਦਾ ਕਰਦਾ ਰਿਹਾ ਮੇਰੇ ਕੋਲ, ਫਿਰ ਹੁਣ ਇਸ ਪਾਸੇ ਤੁਰਿਆ ਹੋਇਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਮਾੜੇ ਆ। ਇਹ ਸਾਰਾ ਕੁਝ ਬਾਦਸ਼ਾਹ ਜਾਣ ਬੁੱਝ ਕੇ ਸਭ ਕੁਝ ਬੁੱਝ ਗਏ ਆ ਵੀ ਇਹ ਸਾਰੇ ਜਿੰਨੇ ਇੱਕੋ ਜਿਹੇ ਆ, ਮਾਇਆ ਚੰਦੂ ਨੇ ਦਿੱਤੀ ਹੋਈ ਹੈ। ਤੇ ਜਿਸ ਕਰਕੇ ਇਹੋ ਜਿਹੇ ਹਾਲਾਤ ਬਣੇ ਹੋਏ ਆ, ਚੰਦੂ ਦੀ ਹਾਂ ਵਿੱਚ ਹਾਂ ਮਿਲਾਉਂਦੇ ਆ। ਤੇ ਗੁਰੂ ਅਰਜਨ ਦੇਵ ਸਾਹਿਬ ਤਾਂ ਸਾਡੇ ਵੱਡਿਆਂ ਵਡੇਰਿਆਂ ਤੇ ਪਰਉਪਕਾਰ ਕੀਤਾ ਇਹਨਾਂ ਦੇ ਵੱਡ ਵਡੇਰਿਆਂ ਨੇ। ਇਹ ਸਾਡੇ ਘਰ ਨੂੰ ਤਖਤ ਗੁਰੂ ਨਾਨਕ ਸਾਹਿਬ ਨੇ ਦਿੱਤਾ ਸੁਣਿਆ ਹੈ। ਦੁਸ਼ਟਨ ਤੇ ਦੂਤੀ ਸੁਨ ਕਾਨ। ਤੇ ਦੁਸ਼ਟਾਂ ਤੋਂ ਜਿਹੜੀ ਚੁਗਲੀ ਕੰਨ ਨਾਲ ਸੁਣ ਕਰਕੇ ਸੰਸੈ ਹੋਤ ਸ਼ਾਹੋ ਕੇ ਆਨ। ਤੇ ਬਾਦਸ਼ਾਹ ਦੇ ਮਨ ਵਿੱਚ ਜਿਹੜਾ ਸ਼ੰਕਾ ਜਿਹਾ ਪੈ ਗਿਆ ਹੈ ਵੀ ਚੰਦੂ ਦੀ ਬਾਬਤ ਵੀ ਪੈ ਗਿਆ ਹੈ ਤੇ ਗੁਰੂ ਘਰ ਦੀ ਬਾਬਤ ਵੀ ਸ਼ੰਕਾ ਪੈ ਗਿਆ ਹੈ ਵੀ ਕੀ ਹੈ, ਚੰਦੂ ਸੱਚ ਬੋਲਦਾ ਹੈ ਕਿ ਝੂਠ ਬੋਲਦਾ ਹੈ। ਦੁਸ਼ਟਨ ਤੇ ਪ੍ਰਥਮ ਵਾਰਤਾ ਤਸ ਕਰ ਕੇਰੀ। ਤੋਂ ਪਹਿਲਾਂ ਇਹ ਚੰਦੂ ਗੁਰੂ ਅਰਜਨ ਦੇਵ ਮਹਾਰਾਜ ਦੇ ਬਾਬਤ ਕਹਿੰਦਾ ਸੀ, ਅਖੇ ਜੀ ਇਹਨਾਂ ਦੇ ਘਰ ਵਿੱਚ ਚੋਰ ਡਾਕੂ ਪਾਲੇ ਹੋਏ ਹਨ। ਕਹਿਤ ਰਹੇ ਨਹਿ ਨਿਰਨੈ ਹੇਰੀ। ਪਰ ਨਿਰਣਾ ਤਾਂ ਇਹਨੇ ਕੋਈ ਕੀਤਾ ਹੀ ਨਹੀਂ ਤੇ ਨਾ ਹੀ ਅਸੀਂ ਨਿਰਣੇ ਸਹਿਤ ਕਦੇ ਇਹ ਗੱਲ ਸੁਣੀ ਵੇਖੀ ਵੀ ਕੋਈ ਡਾਕੂ ਚੋਰ ਫੜੇ ਤਾਂ ਗਏ ਨਾ ਇਹਨਾਂ ਦੇ ਘਰ ਵਿੱਚੋਂ। ਤਿਨ ਕੋ ਤਨ ਬਿਨ ਸਿਓ ਸੁਤ ਰਹਿਓ। ਤੇ ਉਹਨਾਂ ਦੇ ਚੜ੍ਹਾਈ ਕਰ ਜਾਣ ਤੋਂ, ਜੋਤੀ ਜੋਤ ਸਮਾਉਣ ਤੋਂ ਬਾਅਦ ਬਾਦਸ਼ਾਹ ਕਹਿੰਦਾ ਵੀ ਹੁਣ ਧੰਨ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਜਿਹੜੇ ਪੁੱਤਰ ਹਨ, ਬੈਠਿਓ ਗੁਰਤਾ ਪਦ ਕੋ ਲਹਿਓ। ਗੁਰਤਾ ਗੱਦੀ ਨੂੰ ਲੈ ਕਰਕੇ ਤੇ ਗੁਰੂ ਸੱਜ ਕੇ ਬੈਠ ਗਏ ਹਨ। ਜਾਵਤ ਕਰਾਂ ਨਹੀਂ ਨਿਰਤਾਰੇ। ਤੇ ਹੁਣ ਉਹਨਾਂ ਦੀ ਬਾਬਤ ਚੰਦੂ ਐਂ ਕਹਿੰਦਾ, ਬਾਦਸ਼ਾਹ ਸੋਚਦਾ ਵੀ ਜਿੰਨਾ ਸਮਾਂ ਮੈਂ ਜਿਹੜੀ ਚੰਦੂ ਨੇ ਗੱਲ ਕਹੀ ਇਹ ਨਿਰਣੇ ਸਹਿਤ ਇਹਦਾ ਪਤਾ ਨਹੀਂ ਕਰ ਲੈਂਦਾ, ਮੈਨੂੰ ਪੱਕੀ ਤਸਦੀਕ ਨਹੀਂ ਹੋ ਜਾਂਦੀ ਹੈ। ਤਾਵਤ ਬਨਹਿ ਨ ਕਰਨ ਬਿਗਾਰੇ। ਉਹਨਾਂ ਸਮਾਂ ਹੁਣ ਗੁਰੂ ਘਰ ਨਾਲ ਵਿਗਾੜਨੀ ਚੰਗੀ ਗੱਲ ਨਹੀਂ, ਵੀ ਵਿਗਾੜਨੀ ਨਹੀਂ ਚਾਹੀਦੀ ਜਿੰਨਾ ਸਮਾਂ ਸੱਚ ਝੂਠ ਦਾ ਨਿਰਣਾ ਨਹੀਂ ਹੁੰਦਾ ਹੈ। ਰਹਿਓ ਗਿਣਤ ਕੁਛ ਹੁਕਮ ਨ ਦਇਓ। ਤੇ ਗਿਣਤੀਆਂ ਮਿਣਤੀਆਂ ਚ ਬਾਦਸ਼ਾਹ ਪੈ ਗਿਆ। ਚੰਦੂ ਦੇ ਕਹੇ ਤੇ ਜਹਾਂਗੀਰ ਨੇ ਕੋਈ ਫਰਮਾਨ ਜਾਰੀ ਨਹੀਂ ਕੀਤਾ, ਇੱਕ ਵਾਰੀ ਰੁਕ ਗਿਆ ਹੈ। ਉਠਿਓ ਸਭਾ ਤੇ ਅੰਤਰ ਗਇਓ। ਸਭਾ ਮੁਲਤਵੀ ਕਰਕੇ ਬਾਦਸ਼ਾਹ ਆਪਣੇ ਮਹਿਲਾਂ ਵਿੱਚ ਜਾ ਪਹੁੰਚਿਆ। ਦਿਨ ਦੂਸਰ ਮਹਿ ਚਿਤਵਤ ਸ਼ਾਹੂ। ਤੇ ਸਾਰਾ ਦੂਜਾ ਦਿਨ ਬਾਦਸ਼ਾਹ ਵੀ ਇਸੇ ਹੀ ਸੋਚੀ ਪੈ ਰਿਹਾ ਹੈ। ਆਇਓ ਤਬ ਵਜ਼ੀਰ ਖਾਂ ਪਾਹੂ। ਇਹ ਮਸਲਾ ਸੋਚ ਹੀ ਰਿਹਾ ਸੀ ਤੇ ਇੱਕ ਵਜ਼ੀਰ ਖਾਂ ਨਾਮ ਦਾ ਕੋਈ ਜਰਨੈਲ ਸਾਧ ਸੰਗਤ ਜੀ, ਇਹ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਸਿੱਖ ਸੀ ਤਾਂ ਮੁਸਲਮਾਨ, ਪਰ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਬੜੀ ਸ਼ਰਧਾ ਰੱਖਦਾ ਸੀ ਇਹਦੇ ਅੰਦਰ। ਤੋ ਸਤਿਗੁਰਾਂ ਦੇ ਦਰਸ਼ਨ ਦੀਦਾਰ ਵੀ ਕਰਨ ਜਾਂਦਾ ਸੀ। ਇਹਦਾ ਜਲੋਧਰੇ ਦਾ ਰੋਗ ਧੰਨ ਬਾਬਾ ਬੁੱਢਾ ਸਾਹਿਬ ਜੀਆਂ ਨੇ ਸਤਿਗੁਰੂ ਅਰਜਨ ਦੇਵ ਮਹਾਰਾਜ ਦੀ ਮਿਹਰ ਸਦਕਾ ਠੀਕ ਕੀਤਾ ਸੀ। ਪਿੱਛੇ ਜੇ ਪ੍ਰਸੰਗ ਸੁਣਿਆ। ਬਾਦਸ਼ਾਹ ਦੇ ਸੋਚੀ ਪਿਆ ਹੋਇਆ ਇਹ ਜਿਹੜਾ ਜਰਨੈਲ ਹੈ ਜਹਾਂਗੀਰ ਵਜ਼ੀਰ ਖਾਂ, ਇਹ ਆਣ ਪਹੁੰਚਿਆ ਹੈ। ਗੁਰ ਬਿਰਤਾਂਤ ਬੂਝਿਓ ਤਿਸ ਤੀਰ। ਤੇ ਬਾਦਸ਼ਾਹ ਨੇ ਇਸ ਜਾਂ ਵਜ਼ੀਰ ਖਾਂ ਨਾਵੇਂ ਜਰਨੈਲ ਤੋਂ ਫਿਰ ਸਾਰਾ ਗੁਰੂ ਘਰ ਦਾ ਪ੍ਰਸੰਗ ਪੁੱਛਣਾ ਕੀਤਾ। ਹਮਨੇ ਸੁਣਿਓ ਭਇਓ ਪਰ ਲੋਕਾ। ਵੀ ਅਸੀਂ ਸੁਣਿਆ ਹੈ ਵਜ਼ੀਰ ਖਾਂ ਵੀ ਤੂੰ ਤਾਂ ਉਧਰ ਜਾਂਦਾ ਆਉਣਾ ਰਹਿਣਾ, ਸੁਣਿਆ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਤਾਂ ਜੋਤੀ ਜੋਤ ਸਮਾ ਗਏ ਐ। ਲਵਪੁਰ ਮਹਿ ਤਿਨ ਦਰਸ ਬਿਲੋਕਾ। ਅਸੀਂ ਉਹਨਾਂ ਦਾ ਦਰਸ਼ਨ ਲਾਹੌਰ ਵਿੱਚ ਇੱਕ ਵਾਰੀ ਕੀਤਾ ਸੀ। ਹਮਨੇ ਸੁਣਿਓ ਭਇਓ ਪਰਲੋਕਾ। ਤੇ ਅਸੀਂ ਸੁਣਿਆ ਵੀ ਉਹ ਪਰਲੋਕ ਗਮਨ ਕਰ ਗਏ ਹਨ। ਲਵ ਦੂਤੀ ਕਰਤ ਰਹਿਓ ਤਬ ਚੰਦੂ। ਤੇ ਚੰਦੂ ਨਾਲ ਦੂਤੀ ਕਰਦਾ, ਭਾਵ ਵੀ ਚੁਗਲੀ ਕਰਦਾ ਉਹਨਾਂ ਦੀ। ਰੋਜ਼ ਸਾਡੇ ਪਾਸ ਕੋਈ ਨਾ ਕੋਈ ਗੱਲ ਆ ਕੇ ਸੁਣਾਉਂਦਾ। ਪਹਿਲਾਂ ਗੁਰੂ ਅਰਜਨ ਦੇਵ ਬਾਬਤ ਸੁਣਾਉਂਦਾ ਰਿਹਾ,
ਤੇ ਹੁਣ ਸਾਡੇ ਕੋਲ ਆ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਬਾਬਤ ਗੱਲਾਂ ਰੋਜ਼ ਆ ਕੇ ਕਰਦਾ ਹੈ। ਸੁਣ ਮੈਂ ਭਇਓ ਨ ਨਿਠੁਰ ਤੇ ਬਿਲੰਦੂ। ਇਹ ਵਜ਼ੀਰ ਖਾਂ ਮੈਂ ਸੁਣ ਕੇ ਕਰੜਾ ਰਿਹਾ ਵੀ ਕੋਈ ਹੁਕਮ ਫਰਮਾਨ ਨਹੀਂ ਦਿੱਤਾ ਸੀ। ਅਬ ਤਿਨ ਕੋ ਨੰਦਨ ਇੱਕ ਸੁਣਿਓ। ਤੇ ਹੁਣ ਉਹਨਾਂ ਦਾ ਸਾਹਿਬਜ਼ਾਦਾ ਸੁਣਿਆ ਗੁਰੂ ਅਰਜਨ ਦੇਵ ਸਾਹਿਬ ਜੀ ਦਾ। ਅਪਰ ਬ੍ਰਿਤਾਂਤ ਚੰਦ ਨੇ ਭਨਿਓ। ਤੇ ਚੰਦੂ ਤਾਂ ਹੋਰ ਹੀ ਬਿਰਤਾਂਤ ਸਾਨੂੰ ਸੁਣਾ ਰਿਹਾ ਕਰਕੇ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਸ਼ਸਤਰ ਰੱਖੇ ਆ, ਘੋੜੇ ਜੋੜੇ ਰੱਖ ਲਏ ਹੈ। ਚੰਦੂ ਸਾਨੂੰ ਕੁਝ ਹੋਰ ਹੀ ਬਿਰਤਾਂਤ ਅੰਮ੍ਰਿਤਸਰ ਸਾਹਿਬ ਦੇ ਸੁਣਾਉਣ ਲੱਗਿਆ ਹੈ। ਸੁਬਟ ਸ਼ਸਤਰ ਜੁਤ ਅਗਣ ਢਿਗ ਰਾਖੈ। ਵੀ ਅਸੀਂ ਸੁਣਿਆ ਵੀ ਉਹ ਸ਼ਸਤਰ ਰੱਖਦੇ ਆ, ਸੂਰਮੇ ਰੱਖਦੇ ਆ, ਘੋੜੇ ਜੋੜੇ ਸ਼ਿਕਾਰ ਖੇਡਦੇ ਹਨ। ਦੁੰਦ ਦੇਸ਼ ਕਰਿਬੋ ਅਭਿਲਾਖੈ। ਚੰਦੂ ਕਹਿੰਦਾ ਵੀ ਉਹ ਦੇਸ਼ ਵਿੱਚ ਦੁੰਦ ਭਾਵ ਉਪਦਰਵ ਖੜਾ ਕਰਨ ਦੀ ਇੱਛਾ ਰੱਖਦੇ ਆ, ਜੰਗ ਖੜਾ ਕਰਨ ਦੀ ਇੱਛਾ ਰੱਖਦੇ ਹਨ। ਇਹੋ ਪ੍ਰਸੰਗ ਸਭ ਮੋਹੇ ਸੁਨਾਵਹ। ਇਹ ਸਾਰਾ ਪ੍ਰਸੰਗ ਵਜ਼ੀਰ ਖਾਂ ਤੂੰ ਮੈਨੂੰ ਜਰਾ ਗੌ ਨਾ ਸੁਣਾ ਵੀ ਅਸਲ ਵਿੱਚ ਗੱਲ ਕੀ ਹੈ। ਪਠਹਿ ਸੈਨ ਕੈ ਨਹਿਨ ਬਤਾਵਹ। ਵੀ ਹੁਣ ਦੱਸੋ ਵੀ ਅਸੀਂ ਫੌਜ ਭੇਜੀਏ ਅੰਮ੍ਰਿਤਸਰ ਸਾਹਿਬ ਚੰਦੂ ਦੇ ਆਖੇ ਕਿ ਅਜੇ ਰੁਕ ਜਾਣਾ ਕਰੀਏ। ਨਾਹੇ ਤ ਨਰਨੀ ਕੋ ਇਕ ਜਾਏ। ਤੇ ਜਾਂ ਫਿਰ ਅਸੀਂ ਸੋਚਦੇ ਹਾਂ ਵੀ ਇੱਕ ਚੰਗਾ ਸਿਆਣਾ ਮਨੁੱਖ ਅਸੀਂ ਹਰਗੋਬਿੰਦ ਸਾਹਿਬ ਪਾਸ ਭੇਜਾਂਗੇ। ਨਿਕਟ ਹਮਾਰੇ ਲਿਆਏ ਬੁਲਾਏ। ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਸਾਡੇ ਪਾਸ ਬੁਲਾ ਕੇ ਲੈ ਕੇ ਆਵੇ, ਸਾਡੇ ਕੋਲ ਇੱਥੇ ਲੈ ਕੇ ਆਵੇ। ਜੇ ਚਿਤ ਮਹਿ ਨਹਿ ਚਹਤ ਬਖੇਰਾ। ਜੇ ਗੁਰੂ ਹਰਗੋਬਿੰਦ ਸਾਹਿਬ ਜੀ ਚਿੱਤ ਵਿੱਚ ਬਖੇੜਾ ਨਾ ਚਾਹੁੰਦੇ ਹੋਏ, ਉਹਨਾਂ ਦੇ ਮਨ ਵਿੱਚ ਯੁੱਧ ਦਾ ਕੋਈ ਖਿਆਲ ਨਾ ਹੋਇਆ, ਆਵਹਿ ਦਿੱਲੀ ਪੁਰ ਬਿਨ ਬੇਰਾ। ਤੇ ਬਿਨਾਂ ਦੇਰੀ ਤੋਂ ਫਿਰ ਜ਼ਰੂਰ ਇੱਥੇ ਆ ਜਾਣਗੇ। ਜੇ ਤਾਂ ਉਹਨਾਂ ਦੇ ਮਨ ਵਿੱਚ ਯੁੱਧ ਦਾ ਕੋਈ ਸੰਕਲਪ ਨਾ ਹੋਇਆ, ਸਾਡੇ ਨਾਲ ਬਣਾ ਕੇ ਰੱਖਣੀ ਚਾਹੁੰਦੇ ਹੋਣਗੇ ਤੇ ਸਾਡੇ ਸੱਦੇ ਭੇਜੇ ਹੋਏ ਤੇ ਦਿੱਲੀ ਜ਼ਰੂਰ ਆਉਣਗੇ, ਦੇਰੀ ਨਹੀਂ ਲਾਉਣਗੇ। ਜੇ ਨਹਿ ਮੰਨਹਿ ਮਨ ਮਹਿ ਔਰ। ਤੇ ਜੇ ਨਾ ਮੰਨਿਆ ਤੇ ਫਿਰ ਸਮਝ ਲਵਾਂਗੇ ਵੀ ਵਾਕਈ ਇਹਨਾਂ ਦੇ ਮਨ ਵਿੱਚ ਯੁੱਧ ਦੀ ਕੋਈ ਨੀਤੀ ਬਣੀ ਹੋਈ ਹੈ। ਨਿਗਮਨੈ ਚਮੂ ਜਾਏ ਤਿਸ ਠਾਉਰ। ਤੇ ਫਿਰ ਫੌਜਾਂ ਭੇਜਾਂਗੇ, ਅੰਮ੍ਰਿਤਸਰ ਸਾਹਿਬ ਫੌਜਾਂ ਜਾਣਗੀਆਂ। ਕਿੰਚ ਬੇਗ ਅਰ ਖਾਨ ਵਜ਼ੀਰ। ਹਾਂ, ਇਸ ਕਰਕੇ ਇੱਕ ਵਜ਼ੀਰ ਖਾਂ ਤੇਰੇ ਨਾਲ ਇੱਕ ਕਿੰਚ ਬੇਗ ਨਾਮ ਦੇ ਜਰਨੈਲ ਨੂੰ ਭੇਜਾਂਗੇ। ਸੁਣ ਕੈ ਸਕਲ ਸ਼ਾਹੋ ਕੇ ਤੀਰ। ਤੇ ਬਾਦਸ਼ਾਹ ਤੋਂ ਇਹ ਸਾਰੀ ਗੱਲ ਕਿੰਚ ਬੇਗ ਨੇ ਤੇ ਵਜ਼ੀਰ ਖਾਂ ਨੇ ਸੁਣ ਲਈ ਹੈ। ਜੁਗ ਕਰ ਜੋਰੇ ਅਰਜ ਗੁਜਾਰੀ। ਤੇ ਵਜ਼ੀਰ ਖਾਂ ਇਹ ਕਿੰਚ ਖਾਂ ਦੋ ਖੜੇ ਸਨ ਇਕੱਠੇ, ਤੇ ਵਜ਼ੀਰ ਖਾਂ ਨੇ ਹੱਥ ਜੋੜ ਕੇ ਬਾਦਸ਼ਾਹ ਨੂੰ ਕਹਿਣਾ ਕੀਤਾ ਹੈ। ਸ਼੍ਰੀ ਗੁਰ ਅਰਜਨ ਪਰ ਉਪਕਾਰੀ। ਵੀ ਅਸਲ ਵਿੱਚ ਤਾਂ ਬਾਦਸ਼ਾਹ ਗੁਰੂ ਅਰਜਨ ਦੇਵ ਸਾਹਿਬ ਤਾਂ ਬੜੇ ਪਰਉਪਕਾਰੀ ਮਹਾਤਮਾ ਹਨ। ਧਨ ਅਨਗਨ ਤੇ ਤਾਲ ਲਵਾਇਆ। ਵੇਖੋ ਉਹਨਾਂ ਨੇ ਬੇਅੰਤ ਮਾਇਆ ਖਰਚ ਕੇ ਤੇ ਆਪਦੇ ਕੋਲੋਂ ਮਾਝੇ ਵਿੱਚ ਸਰੋਵਰ ਬਣਵਾਉਣਾ ਕੀਤੇ ਐ। ਹਿੰਦੂ ਤੁਰਕ ਸਭ ਕੇ ਸੁਖ ਦਾਇਆ। ਉਹ ਤਾਂ ਸਾਰਿਆਂ ਨੂੰ ਸੁਖ ਦੇਣ ਵਾਲੇ, ਉਹਨਾਂ ਦਾ ਬਣਾਇਆ ਸਰੋਵਰ ਵੀ ਸਾਰਿਆਂ ਨੂੰ ਸੁਖ ਦਿੰਦਾ ਹੈ। ਨਾ ਕੋਈ ਬੈਰੀ ਨਹੀਂ ਬੇਗਾਨਾ, ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ, ਉਹ ਸਰੋਵਰ ਵਿੱਚ ਸਾਰਿਆਂ ਦੀ ਕਲਿਆਣ ਹੁੰਦੀ ਹੈ। ਦੁਤੀਯ ਤਾਲ ਇੱਕ ਲੱਗੇ ਬਣਾਵਣ। ਤੇ ਹੁਣ ਇੱਕ ਹੋਰ ਜਿਹੜਾ ਤਾਲ ਸਰੋਵਰ ਵੱਡਾ ਬਣਵਾਉਣ ਲੱਗੇ ਐ। ਤਿਸ ਮਹਿ ਬਿਗਣ ਕੀਨ ਉਮਰਾਵਨ। ਤੇ ਬਣਾਉਣ ਲੱਗੇ ਸੀ ਤੇ ਉਹਨਾਂ ਨੇ ਬਣਦੇ ਸਰੋਵਰ ਵਿੱਚ ਤੁਹਾਡੇ ਦੋ ਉਮਰਾਵਾਂ ਨੇ, ਜਿਹੜਾ ਹੈ ਇੱਕ ਨੂਰਦੀਨ ਨੇ ਤੇ ਇੱਕ ਹੋਰ ਇਹਨਾਂ ਦੋਹਾਂ ਨੇ ਜਿਹੜਾ ਹੈ ਉਹਦੇ ਵਿੱਚ ਵਿਘਨ ਪਾ ਦਿੱਤਾ, ਇੱਟਾਂ ਆਦਿਕ ਚੁੱਕ ਕੇ ਲੈ ਗਏ ਸਨ। ਨਿਤ ਪ੍ਰਤ ਦੇ ਤੋ ਦੇਗ ਕਰਾ ਖਰਾਏ। ਤੇ ਉਹ ਸਰੋਵਰ ਰੁਕਿਆ ਹੋਇਆ ਇੱਕ ਹੋਰ ਬਣਾ ਰਹੇ ਸਨ ਤਰਨ ਤਾਰਨ ਸਾਹਿਬ ਦਾ। ਬਾਕੀ ਬਾਦਸ਼ਾਹ ਅੰਮ੍ਰਿਤਸਰ ਸਾਹਿਬ ਵਿੱਚ ਬੇਅੰਤ ਲੰਗਰ ਤਿਆਰ ਹੁੰਦਾ ਹੈ ਤੇ ਕੋਈ ਜਾਤੀ ਵਿਤਕਰਾ ਵੇਖੇ ਬਿਨਾਂ ਹੀ ਦਿੱਤੇ ਜਾਂਦੇ ਆ, ਗੱਫੇ ਖੁੱਲੇ, ਜਿੰਨਾ ਮਰਜ਼ੀ ਕੋਈ ਪ੍ਰਸ਼ਾਦਾ ਪਾਣੀ ਛਕੇ, ਕੋਈ ਜਾਤ ਕੋਈ ਧਰਮ ਨਹੀਂ ਪੁੱਛਿਆ ਜਾਂਦਾ। ਅੱਲਾਹ ਖੁਦਾਏ ਯਾਦ ਹਰ ਸਾਇਤ। ਤੇ ਇਸ ਤਰ੍ਹਾਂ ਸਾਰਿਆਂ ਦਾ ਸਤਿਕਾਰ ਹੋ ਰਿਹਾ ਹੈ। ਤੋ ਇਹੋ ਜਿਹਾ ਉਹ ਪਰਮੇਸ਼ਰ ਦਾ ਘਰ ਹੈ ਅੰਮ੍ਰਿਤਸਰ ਸਾਹਿਬ। ਸਾਰਿਆਂ ਨੂੰ ਬੜੀ ਖੈਰਾਤ ਦਿੱਤੀ ਜਾਂਦੀ ਹੈ, ਦੇਗ ਜਿਹੜੀ ਵੈ ਉਹ ਵੰਡੀ ਜਾਂਦੀ ਹੈ। ਪ੍ਰਸ਼ਾਦੇ ਲੰਗਰ ਦਾ ਕੋਈ ਵੀ ਜਿਹੜਾ ਹੈ ਉਹ ਰੋਕ ਟੋਕ ਨਹੀਂ ਹੈ। ਤੋ ਇਸ ਤਰ੍ਹਾਂ ਇਹ ਕਹਿੰਦਾ ਵਜ਼ੀਰ ਖਾਂ ਕੇ ਬਾਅਦ ਇਸੇ ਤਰ੍ਹਾਂ ਹਰ ਘੜੀ
ਉੱਥੇ ਅੱਲਾ ਨੂੰ ਯਾਦ ਕੀਤਾ ਜਾਂਦਾ। ਹਰਿਮੰਦਰ ਸਾਹਿਬ ਵਿੱਚ ਖੁਦਾ ਦਾ ਕੀਰਤਨ ਬੰਦਗੀ ਹੁੰਦੀ ਹੈ। ਤਿਨ ਮਹਿ ਤਸਕਰ ਆਦਿਕ ਦੋਸ਼ਾ। ਤੇ ਉਹਨਾਂ ਦੇ ਉੱਪਰ ਫਿਰ ਦੋਸ਼ ਵੀ ਲਾਏ ਗਏ ਵੀ ਇਹਨਾਂ ਨੇ ਚੋਰ ਰੱਖੇ ਹੋਏ, ਡਾਕੂ ਘਰੇ ਰੱਖੇ ਹੋਏ ਹਨ। ਕੌਣ ਸੁਮਤ ਸੁਣ ਕਰਹਿ ਭਰੋਸਾ। ਪਰ ਬਾਦਸ਼ਾਹ ਵੇਖੋ ਕਿਹੜਾ ਸਿਆਣੀ ਮੱਤ ਵਾਲਾ ਹੋਵੇਗਾ ਜਿਹੜਾ ਇਹ ਸੁਣ ਕੇ ਭਰੋਸਾ ਕਰੇਗਾ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਘਰੇ ਚੋਰ ਰਹਿੰਦੇ ਆ। ਸਿਆਣਾ ਤਾਂ ਇਸ ਗੱਲ ਤੇ ਕਦੇ ਭਰੋਸਾ ਨਹੀਂ ਕਰੇਗਾ। ਚੰਦ ਦੀਵਾਨ ਜਾਤ ਨਿਜ ਜਨ ਹੈ। ਪਰ ਗੱਲ ਇਹ ਹੈ ਵੀ ਚੰਦੂ ਦੀਵਾਨ ਜਿਹੜਾ ਹੈ ਆਪਦੀ ਜਾਤ ਦਾ ਜਾਣ ਕੇ ਗੁਰੂ ਸਾਹਿਬ ਨੂੰ ਭਾਵ ਖੱਤਰੀਆਂ ਚੋਂ ਬਰਾਬਰ ਦਾ ਜਾਣ ਕਰਕੇ ਮਹਿਮਾ ਲਖ ਹੈ ਨ ਮਤ ਸਰ ਠਨ ਇਹ ਹੈ। ਤਾਂ ਈਰਖਾ ਕਰਦਾ ਹੈ ਬਾਦਸ਼ਾਹ ਤੋ ਸਤਿਗੁਰਾਂ ਦੇ ਠਾਠ ਬਾੜ ਤੇ ਉੱਥੇ ਸੰਗਤਾਂ ਦਾ ਝੁਕਾਅ ਵੇਖ ਕੇ ਚੰਦੂ ਈਰਖਾ ਕਰਦਾ ਹੈ। ਤਾਂ ਇਹਦਾ ਆਹੀ ਹਾਲ ਹੋ ਰਿਹਾ ਵੀ ਤਾਂ ਇਸ ਤਰ੍ਹਾਂ ਤੁਹਾਡੇ ਪਾਸ ਹੁਣ ਵੀ ਕਹਿੰਦਾ ਹੈ। ਚੰਦੂ ਮਹਾਰਾਜ ਤੋਂ ਬੜਾ ਸਾੜਾ ਈਰਖਾ ਕਰਦਾ ਹੈ। ਸ਼੍ਰੀ ਅਰਜਨ ਤਨ ਤਿਆਗਿਓ ਤਹਾਂ। ਇਹ ਮਹਿਮਾ ਕੀ ਜਾਣਦਾ ਗੁਰੂ ਘਰ ਦੀ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਵੀ ਜਿਹੜਾ ਲਾਹੌਰ ਵਿੱਚ ਸਰੀਰ ਤਿਆਗਣਾ ਕੀਤਾ ਹੈ, ਸੱਚਖੰਡ ਗਏ ਸਨ। ਬੀਤ ਗਈ ਸੋ ਕਹੀਐ ਕਾਹੇ। ਤੇ ਹੁਣ ਇਹ ਸਿਆਣੇ ਆ ਦੋਵੇਂ, ਇਹਨਾਂ ਨੂੰ ਵੀ ਪਤਾ ਵੀ ਬਾਦਸ਼ਾਹ ਜਹਾਂਗੀਰ ਵੀ ਉਹਦੇ ਵਿੱਚ ਸ਼ਾਮਲ ਹੀ ਹੈ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕੀਤਾ ਇਹ ਤਾਂ ਜਾਣ ਕੇ ਸਾਡੇ ਮੂੰਹ ਕੁਝ ਸੁਣਨਾ ਚਾਹੁੰਦਾ। ਇਹਨਾਂ ਨੂੰ ਸੁਭਾਅ ਹੁੰਦਾ ਲੀਡਰ ਲੋਕਾਂ ਨੂੰ, ਬਾਦਸ਼ਾਹਾਂ ਨੂੰ, ਕਿ ਪਾਸਿਓਂ ਕਣਸੋ ਸਾਨੂੰ ਮਿਲਦੀ ਰਹੇ। ਤੇ ਜਾਣ ਬੁੱਝ ਕੇ ਇਹਨਾਂ ਨੂੰ ਜਿਹੜਾ ਵਾ ਪੁੱਛਦਾ ਪਿਆ। ਇਹ ਜਾਣ ਗਏ ਹੈ ਤਾਂ ਇਹਨਾਂ ਨੇ ਸੋਚਿਆ ਵੀ ਇਹਨੂੰ ਕੀ ਦੱਸਣਾ ਹੈ, ਤਾਂ ਆਪ ਉਹਦੇ ਵਿੱਚ ਸਾਰਾ ਸ਼ਾਮਲ ਹੈ, ਇਹਦੇ ਕਰਕੇ ਸਭ ਕੁਝ ਹੋਇਆ। ਤੇ ਇਹ ਸਿਆਣੇ ਸਨ। ਇਹਨਾਂ ਨੇ ਆਖਿਆ ਬਾਦਸ਼ਾਹ ਜਿਹੜੀ ਬਾਕੀ ਅਗਲੀ ਗੱਲ ਬੀਤ ਗਈ ਵੀ ਕਿਵੇਂ ਸ਼ਹੀਦ ਹੋਏ ਜਾਂ ਉਹ ਜੋਤੀ ਜੋਤ ਸਮਾਏ ਹੈ ਜਿਹਦੇ ਨਾਲ ਜਿਵੇਂ ਵੀ ਦੋ ਪੱਖ ਚੱਲਦੇ ਵੀ ਉਹ ਗੱਲ ਤਾਂ ਜਿਹੜਾ ਕੁਝ ਬੀਤ ਗਿਆ ਤੁਸੀਂ ਛੱਡੋ। ਪਰ ਜਿੰਨੀ ਗੱਲ ਤੁਹਾਨੂੰ ਅਸੀਂ ਦੱਸ ਰਹੇ ਹਾਂ ਅਬ ਤਿੰਨ ਕੋ ਸੁਤ ਬਲੀ ਬਿਲੰਦ। ਵੀ ਹੁਣ ਅੱਗੇ ਉਹਨਾਂ ਦਾ ਇੱਕ ਪੁੱਤਰ ਹੈ ਹਰਗੋਬਿੰਦ ਸਾਹਿਬ ਜਿਹੜਾ ਬੜਾ ਬਲੀ ਯੋਧਾ ਸੂਰਮਾ ਹੈ। ਤਰੁਣ ਬੈਸ ਸ੍ਰੀ ਹਰਗੋਬਿੰਦ। ਉਹਨਾਂ ਦਾ ਨਾਮ ਹਰਗੋਬਿੰਦ ਸਾਹਿਬ ਹੈ ਤੇ ਬੜੀ ਭਰ ਜਵਾਨੀ ਜਾਂ ਚੜ੍ਹਦੀ ਜਵਾਨੀ ਉਹਨਾਂ ਦੀ ਉਮਰ ਹੈ। ਗੁਰਤਾ ਗਾਦੀ ਕੀਨ ਆਬਾਦੀ। ਉਹਨਾਂ ਨੇ ਗੁਰਤਾ ਗੱਦੀ ਤੇ ਸਰ ਕਰਕੇ ਤੇ ਸਿੱਖਾਂ ਦੀ ਬੇਅੰਤ ਆਬਾਦੀ ਕੀਤੀ। ਬੜੇ ਸਿੱਖ ਸਜਾਏ ਹਨ। ਦਾਸਣ ਅਹਲਾਦਤ ਦੇਸ਼ਾਦੀ। ਤੇ ਇਸ ਤਰ੍ਹਾਂ ਜਿਹੜਾ ਵਾ ਜਿਹੜੇ ਦਾਸ ਹੈ ਉਹਨਾਂ ਨੂੰ ਖੁਸ਼ੀਆਂ ਦੇ ਰਹੇ ਹੈ। ਐਲਾਦ ਆਨੰਦ ਦੇਣ ਵਾਲੇ ਹਨ ਸੱਚੇ ਪਾਤਸ਼ਾਹ ਜੀ। ਪੂਜਹਿ ਜਗਤ ਪਦਾਰਥ ਦੇਤ। ਹਰਗੋਬਿੰਦ ਸਾਹਿਬ ਨੂੰ ਬੜੇ ਪਦਾਰਥ ਸੰਗਤਾਂ ਪ੍ਰੇਮ ਨਾਲ ਭੇਟ ਕਰਦੀਆਂ ਤੇ ਸਾਰਾ ਸੰਸਾਰ ਉਹਨਾਂ ਨੂੰ ਪੂਜਦਾ ਹੈ। ਮਨ ਬਾਛਤ ਗੁਰ ਤੇ ਬਰ ਲੇਤ। ਮਨ ਪਾਉਂਦੇ ਬਰ ਧੰਨ ਗੁਰੂ ਹਰਗੋਬਿੰਦ ਸਾਹਿਬ ਤੋਂ ਸੰਸਾਰ ਦੇ ਲੋਕ ਲੈ ਰਹੇ ਧਰਮ ਅਰਥ ਕਾ ਮੋਖ ਮਿਲਦਿਆਂ ਦੇਰੀ ਨਹੀਂ ਲੱਗਦੀ ਹੈ। ਤਿਨਹਾ ਸੰਗ ਭੀ ਮਤ ਸਰ ਧਰੇ। ਇਹ ਹੁਣ ਉਹਨਾਂ ਦੇ ਨਾਲ ਵੀ ਚੰਦੂ ਈਰਖਾ ਕਰ ਰਿਹਾ ਹੈ। ਚੰਦੂ ਆਪ ਢਿਗ ਦੂਤੀ ਕਰੈ। ਇਸ ਲਈ ਵਾਰ-ਵਾਰ ਚੰਦੂ ਤੁਹਾਡੇ ਪਾਸ ਗੁਰੂ ਹਰਗੋਬਿੰਦ ਸਾਹਿਬ ਦੀਆਂ ਹੁਣ ਚੁਗਲੀਆਂ ਕਰਦਾ ਹੈ। ਮਾਲਿਕ ਮੁਲਕ ਆਪ ਤੁਮ ਆਹੋ। ਤੇ ਬਾਕੀ ਬਾਦਸ਼ਾਹ ਤੁਸੀਂ ਆਪ ਇਸ ਸਾਰੇ ਹੀ ਭਾਰਤ ਦੇ ਮਾਲਕ ਹੋ, ਹਿੰਦੁਸਤਾਨ ਦੇ ਬਾਦਸ਼ਾਹ ਹੋ। ਨਿਆਬ ਸਬਨ ਕੇ ਕਰਬੇ ਚਾਹੋ। ਤੇ ਤੁਹਾਡੀ ਸਦਾ ਹੀ ਇੱਛਾ ਰਹਿੰਦੀ ਆ, ਬਾਦਸ਼ਾਹ ਦਾ ਫਰਜ਼ ਬਣਦਾ ਤੇ ਤੁਸੀਂ ਇਹ ਇੱਛਾ ਰੱਖਦੇ ਵੀ ਹੋ ਵੀ ਸਦਾ ਜਿਹੜਾ ਨਿਆਂ ਹੈ ਉਹ ਸੱਚਾ ਸੁੱਚਾ ਬਣਿਆ ਰਹੇ, ਇਸ ਦਰ ਤੋਂ ਸਦਾ ਨਿਆਂ ਹੁੰਦਾ ਰਹੇ। ਬਸ ਹੈ ਜਥਾ ਸੁਖ ਪ੍ਰਜਾ ਤੁਮਾਰੀ। ਤੇ ਤੁਸੀਂ ਇਹੀ ਇੱਛਾ ਰੱਖਦੇ ਹੋ ਵੀ ਜਥਾ ਸੁਖ ਜਿਹੜੀ ਪ੍ਰਜਾ ਹੈ, ਲੋਕ ਹੈ ਮੇਰੇ ਦੇਸ਼ ਦੇ ਸੌਖੇ ਵਸਣ, ਇਹ ਹਰੇਕ ਬਾਦਸ਼ਾਹ ਦਾ ਖਾਬ ਹੁੰਦਾ ਹੈ। ਰਾਵ ਰੰਕ ਹਰੂਓ ਹਰ ਭਾਰੀ। ਤੇ ਚਾਹੇ ਕੋ ਹੌਲੇ ਹੈ, ਚਾਹੇ ਰਾਜੇ ਹੈ, ਰੰਕ ਹੈ ਕੋ ਭਾਰੀ, ਭਾਵ ਅਮੀਰ ਗਰੀਬ, ਛੋਟੀ ਜਾਤ ਵੱਡੀ ਜਾਤ, ਕੋਈ ਇਹੋ ਜਿਹਾ ਵਿਤਕਰਾ ਤੁਸਾਂ ਨਹੀਂ ਕੀਤਾ ਕਦੇ। ਕੀਰਤ ਪਸਰੀ ਅਕਲ ਜਹਾਨ। ਸਾਰੇ ਜਹਾਨ ਵਿੱਚ ਤੁਹਾਡੀ ਕੀਰਤ ਵਡਿਆਈ ਫੈਲ ਰਹੀ ਹੈ। ਸੁਖੀ ਆਸ਼ਿਖਾ ਦੇਤ ਮਹਾਨ। ਤੇ ਇਸ ਤਰ੍ਹਾਂ ਕਹਿੰਦੇ ਵੀ ਸੁਖੀ ਹੈ ਸਾਰੇ ਤੇ ਤੁਹਾਨੂੰ ਮਹਾਨ ਅਸ਼ੀਸ਼ਾਂ ਦਿੰਦੇ ਆ। ਅਬ ਨਿਰਣੈ ਕਰ ਸਕਲ ਪ੍ਰਸੰਗ। ਇਸ ਲਈ ਤੁਸੀਂ ਬਾਦਸ਼ਾਹ ਹੋ ਤੇ ਤੁਹਾਡੇ ਨਾਲੋਂ ਸਿਆਣਾ ਕਿਹੜਾ। ਤੁਹਾਨੂੰ ਅਸੀਂ ਜੋ ਦੱਸਣਾ ਸੀ ਦੱਸ ਦਿੱਤਾ ਹੈ। ਸਾਰੇ ਪ੍ਰਸੰਗ ਦਾ ਨਿਰਣਾ ਤੁਸੀਂ ਆਪ ਕਰਨਾ ਵੀ ਤੁਸੀਂ ਵਿਚਾਰੋ ਹੁਣ ਕੀ ਸੱਚ ਹੈ ਕੀ ਝੂਠ ਹੈ। ਵਰਤਹੁ ਸ਼੍ਰੀ ਅਰਜਨ ਸੁਤ ਸੰਗ। ਵੀ ਅਸੀਂ ਤਾਂ ਕਹਿੰਨੇ ਵੀ ਤੁਸੀਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਦੇ ਸੰਗ ਵਰਸੋ, ਭਾਵ ਉਹਨਾਂ ਦੇ ਘਰ ਨਾਲ ਵਰਤਣਾ ਚਾਹੀਦਾ ਹੈ। ਪਠਾ ਆਪ ਅਬ ਕੋ ਉਮਰਾਵ। ਇਸ ਲਈ ਕੋਈ ਉਮਰਾਵ ਆਪਦਾ ਚੰਗਾ ਅਹਿਲਕਾਰ ਬਾਦਸ਼ਾਹ ਜੀ ਸਿਆਣਾ
ਤੁਸੀਂ ਭੇਜ ਦਿਓ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਵਰਤਾਓ ਕਰਨਾ ਚਾਹੀਦਾ ਹੈ, ਸਦਾ ਵਰਤਦੇ ਰਹਿਣਾ ਚਾਹੀਦਾ ਹੈ। ਕਾਹਨੂੰ ਵਿਗਾੜ ਪਾਉਣਾ ਚੰਦੂ ਦੇ ਕਹੇ ਤੇ। ਤੁਸੀਂ ਆਪਣਾ ਕੋਈ ਦੂਤ ਭੇਜੋ ਅੰਮ੍ਰਿਤਸਰ ਸਾਹਿਬ। ਮਿਲਾ ਹੈ ਜਾਏ ਕਰ ਸਹਿਜ ਸੁਭਾਵ। ਤੇ ਕੋਈ ਸਹਿਜ ਸੁਭਾਅ ਆ ਗੁਰੂ ਹਰਗੋਬਿੰਦ ਸਾਹਿਬ ਨੂੰ ਜਾ ਕਰਕੇ ਮਿਲੇ ਤੁਹਾਡੇ ਵੱਲੋਂ। ਇਨੈ ਬਿਨੈ ਬਖਾਨਹਿ ਹੈ ਤੁਮਰੀ ਦਿਸ਼ ਤੇ ਤੇ। ਤੁਹਾਡੇ ਵੱਲੋਂ ਬੇਨਤੀ ਕਰੇ ਹਰਗੋਬਿੰਦ ਸਾਹਿਬ ਨੂੰ। ਹੋਏ ਪ੍ਰਸੰਨ ਚਿਤ ਆਵਹਿ ਜਿਸ ਤੇ ਤੇ। ਜਿਨ੍ਹਾਂ ਦੇ ਪ੍ਰਸੰਨ ਹੋਇਆ ਚਿੱਤ ਪਰਮੇਸ਼ਰ ਵੱਲ ਜੁੜਦਾ ਹੈ। ਪ੍ਰਥਮ ਪਿਤਾ ਤਿਨ ਕੋ ਚਲ ਗਇਓ। ਪਹਿਲਾਂ ਉਹਨਾਂ ਦੇ ਪਿਤਾ ਜਿਹੜੇ ਹੈ ਉਹ ਚੱਲ ਗਏ ਹੈ, ਭਾਵ ਇਸ ਸੰਸਾਰ ਤੋਂ। ਜਿਸ ਤਰ੍ਹਾਂ ਇਹਨਾਂ ਦੇ ਪਿਤਾ ਮਹਾਨ ਪਰਉਪਕਾਰ ਕਰਦੇ ਗਏ ਹਨ। ਜਿਉ ਕਿਉ ਕਰ ਤਨ ਕੋ ਤਜਵਾਇਓ। ਤੋ ਇਸ ਤਰ੍ਹਾਂ ਜਿਹੜਾ ਹੈ ਉਹ ਜਿਵੇਂ ਕਿਵੇਂ ਵੀ ਕਹਿ ਲਓ, ਉਹਨਾਂ ਦਾ ਸਰੀਰ ਜਿਹੜਾ ਹੈ ਚੰਦੂ ਦੁਆਰਾ ਛਡਵਾਇਆ ਗਿਆ। ਇਹ ਵੀ ਥੋੜਾ ਜਿਹਾ ਦੱਸ ਦਿੱਤਾ ਹੈ। ਨਾਹੀਂ ਤਾਂ ਕੋਪ ਕਰਹਿ ਦੇ ਸਰਾਪ। ਵੀ ਨਹੀਂ ਤਾਂ ਕੁਝ ਵੀ ਕਰ ਸਕਦੇ ਸੀ ਬਾਦਸ਼ਾਹ, ਚਾਹੁੰਦੇ ਤੇ ਸ਼ਰਾਪ ਦੇ ਕੇ ਕੁਝ ਦਾ ਕੁਝ ਕਰ ਲੈਂਦੇ। ਕਹਿਓ ਸਫਲ ਹੋਏ ਜਾਨਹ ਆਪ। ਇਹ ਜਾਣ ਲਓ ਵੀ ਉਹਨਾਂ ਦਾ ਹਰੇਕ ਕਿਹਾ ਹੋਇਆ ਬਚਨ ਗੁਰੂ ਅਰਜਨ ਦੇਵ ਸਾਹਿਬ ਦਾ ਸਫਲਾ ਹੁੰਦਾ। ਜੋ ਬਚਨ ਕਰਦੇ ਹੈ ਉਹ ਸਦਾ ਅਟਲ ਹੁੰਦਾ ਹੈ। ਸੁਣ ਕਰ ਸ਼ਾਹੋ ਖਾਨ ਕੇ ਬੈਨ। ਓਏ ਬਾਦਸ਼ਾਹ ਜਹਾਂਗੀਰ ਜਿਹੜਾ ਹੈ ਇਹਨੇ ਵੀ ਹਾਮੀ ਭਰੀ ਆ ਵੀ ਗੁਰੂ ਜਿਵੇਂ ਕਿਵੇਂ ਕਹੋ ਚਲੋ। ਗੁਰੂ ਅਰਜਨ ਦੇ ਪਾਤਸ਼ਾਹ ਜਿਹੜੇ ਆ ਉਹਨਾਂ ਨੂੰ ਸ਼ਹੀਦ ਕੀਤਾ। ਬਾਦਸ਼ਾਹ ਨੂੰ ਕੁਝ ਕੁ ਜਿਹੜੀ ਹੈ ਕਨਸੋ ਮਿਲੀ ਕਰਕੇ ਫਿਰ ਕਹਿੰਦਾ ਹੈ ਕਿ ਠੀਕ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਵਰਤਣਾ ਚਾਹੀਦਾ ਹੈ। ਤੋ ਫਿਰ ਛੋਟੀ ਉਮਰ ਵਿੱਚ ਗੁਰਤਾ 'ਤੇ ਬੈਠੇ ਹਨ। ਇਸ ਤਰ੍ਹਾਂ ਬੜੀ ਸੋਭਾ ਗੁਰੂ ਹਰਗੋਬਿੰਦ ਸਾਹਿਬ ਦੀ ਕੀਤੀ ਬਾਦਸ਼ਾਹ ਨੇ। ਜਿਮ ਪ੍ਰਸੰਨ ਹੋਏ ਕਰ ਚੱਲ ਵੀ ਆਵੈ। ਬਾਦਸ਼ਾਹ ਨੇ ਵੀ ਜਣਾਇਆ ਵੀ ਬਿਲਕੁਲ ਇਸ ਤਰ੍ਹਾਂ ਹੀ ਹੈ। ਤੋ ਸੁਣ ਕਰ ਸ਼ਾਹੋ ਖਾਨ ਕੇ ਬੈਣ। ਸੁਣ ਕੇ ਨਾ ਬਾਦਸ਼ਾਹ ਇਸ ਖਾਨ ਵਜ਼ੀਰ ਖਾਨ ਦੇ ਬਚਨ ਵੀ ਸੁਣੇ ਜਦੋਂ ਸੋਭਾ ਸੁਣੀ ਹੈ। ਕਰਿਓ ਸਰਾਹਣ ਤੂੰ ਮਤ ਐਨ। ਤੇ ਇਸ ਤਰ੍ਹਾਂ ਕਹਿੰਦਾ ਵੀ ਠੀਕ ਹੈ, ਮਤ ਦਾ ਘਰ ਹੈ ਤੂੰ ਵਜ਼ੀਰ ਖਾਨ, ਤੂੰ ਬਹੁਤ ਸਿਆਣਾ ਹੈ, ਤੂੰ ਸਾਰਾ ਪ੍ਰਸੰਗ ਸਾਨੂੰ ਸੁਣਾਇਆ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਬਾਬਤ ਵੀ ਸਾਨੂੰ ਸਭ ਸੱਚ ਦੱਸਿਆ। ਇਹ ਬਾਦਸ਼ਾਹ ਨੇ ਸਲਾਹੁਣਾ ਕੀਤਾ ਵੀ ਤੂੰ ਤਾਂ ਬੜੇ ਮਤ ਦਾ ਘਰ, ਬੜਾ ਸਿਆਣਾ ਹੈ। ਅਪਰ ਸਭਾ ਕੇ ਮਾਨਵ ਬ੍ਰਿੰਦ। ਤੇ ਹੋਰ ਜਿੰਨੇ ਕੁ ਸਭਾ ਦੇ ਮਨੁੱਖ ਹਨ ਕਹੈ ਤਥਾ ਜਿਮ ਭਾਖੈ ਚੰਦ। ਉਹ ਤਾਂ ਉਵੇਂ ਹੀ ਕਹਿੰਦੇ ਆ ਜਿਵੇਂ ਚੰਦੂ ਨੇ ਸਾਰਿਆਂ ਨੂੰ ਵੱਢੀ ਦੇ ਕੇ ਆਪਦੇ ਨਾਲ ਲਾਇਆ ਹੋਇਆ ਹੈ। ਤੂੰ ਘਰ ਹੈ ਬੁੱਧ ਦਾ ਬੜਾ ਸਿਆਣੇ, ਬਹੁਤ ਸੁੰਦਰ ਬਚਨ ਕੀਤੇ ਆ ਤੈਂ ਵਜ਼ੀਰ ਖਾਂ। ਤੇ ਚੰਦੂ ਬਾਕੀ ਤਾਂ ਜਿਵੇਂ ਚੰਦੂ ਕਹਿੰਦਾ ਉਸੇ ਨੂੰ ਸੱਚ ਮੰਨਦੇ ਹਨ। ਇਸ ਕਾਰਨ ਤੇ ਭੇਜਣ ਤੇਰੋ। ਤੇ ਉਹਨਾਂ ਨੂੰ ਹੁਣ ਅਸੀਂ ਕਿਵੇਂ ਭੇਜ ਸਕਦੇ ਹਾਂ ਅੰਮ੍ਰਿਤਸਰ ਸਾਹਿਬ? ਇਸ ਲਈ ਵਜ਼ੀਰ ਖਾਂ ਸਾਡੀ ਮੰਨੇ ਤਾਂ ਤੇਰਾ ਭੇਜਣਾ ਬਣਦਾ। ਤੂੰ ਹੀ ਅੰਮ੍ਰਿਤਸਰ ਸਾਹਿਬ ਜਾ, ਤੂੰ ਜਾਣਦਾ ਗੁਰੂ ਘਰ ਦੀ ਮਾਣ ਮਰਿਆਦਾ ਨੂੰ। ਹੈ ਨੀਕੇ ਨਿਰਨੈ ਕਰ ਹੇਰੋ। ਤੇ ਉਹਨਾਂ ਜਿਨ੍ਹਾਂ ਦੇ ਦਰਸ਼ਨ ਬੜੇ ਸੁੰਦਰ ਹੈ ਉਹਨਾਂ ਨੂੰ ਇੱਥੇ ਜਿਹੜਾ ਵੈ ਨੈਣਾ ਕਰਕੇ ਵੇਖੋ, ਭਾਵ ਨਿਰਣਾ ਕਰੋ ਤੁਸੀਂ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਦਾ ਸਾਰਾ ਕੁਝ ਜੋ ਵੇਖਣਾ, ਮਾਲ ਸਬਾਬ ਵੀ ਕਿਵੇਂ ਰਹਿੰਦੇ ਹੈ, ਤੁਹਾਨੂੰ ਆਪ ਜਾ ਕੇ ਵਜ਼ੀਰ ਖਾਂ ਸਾਰੀ ਖਬਰ ਲੈਣੀ ਚਾਹੀਦੀ ਹੈ। ਜਿਮ ਪ੍ਰਸੰਨ ਹੋਏ ਕਰ ਚੱਲ ਆਵਹਿ। ਤੇ ਇਸ ਤਰ੍ਹਾਂ ਵਰਤਣਾ ਹਰਗੋਬਿੰਦ ਸਾਹਿਬ ਨਾਲ, ਸਾਡਾ ਸੱਦਾ ਦੇਣਾ ਵੀ ਜਿਹਦੇ ਨਾਲ ਉਹ ਚੱਲ ਕੇ ਆਪ ਇੱਥੇ ਦਿੱਲੀ ਸਾਡੇ ਪਾਸ ਆ ਜਾਵਣ। ਪਾਵਨ ਦਰਸ਼ਨ ਆਪਣ ਦਿਖਾਵੈ। ਤੇ ਆਪਣਾ ਪਵਿੱਤਰ ਦਰਸ਼ਨ ਇੱਥੇ ਆ ਕਰਕੇ ਵਿਖਾਉਣ। ਇਸ ਕੇ ਸਾਮਨਹਿ ਨੀਕੀ ਔਰ। ਤੇ ਤੇਰੇ ਨਾਲੋਂ ਸਿਆਣਾ ਕੋਈ ਹੋਰ ਨਹੀਂ ਜਿਹੜਾ ਇਹ ਸਾਰੀ ਗੱਲ ਉੱਥੇ ਸਮਝਾ ਸਕਦਾ ਹੈ। ਕਹੈ ਨਰਿਸ ਕਰ ਕੁਛ ਤਿਸ ਠਾਉਰ। ਵੀ ਤੁਸੀਂ ਕੁਝ ਵੀ ਉੱਥੇ ਬਚਨ ਵਜ਼ੀਰ ਖਾਂ ਤੈਂ ਕੋਈ ਵੀ ਉਹੋ ਜਿਹਾ ਬਚਨ ਨਹੀਂ ਕਰਨਾ ਜਿਹੜਾ ਚੁਭਦਾ ਹੋਵੇ, ਕਠੋਰ ਬਚਨ ਨਹੀਂ ਕਰਨੇ ਐ। ਨਹੀਂ ਦੇਸ਼ ਮਹਿ ਧੁੰਦ ਉਠਾਵੈ। ਉਹਨਾਂ ਨੂੰ ਇਹੋ ਜਿਹੇ ਬਚਨ ਇੱਥੇ ਸੱਦ ਕੇ ਵੀ ਕਰਾਂਗੇ ਵੀ ਇੰਨੇ ਦੇ ਨਾਲ ਉਹ ਦੇਸ਼ ਵਿੱਚ ਧੁੰਦ ਨਾ ਉਠਾਉਣ, ਵੀ ਦੇਸ਼ ਵਿੱਚ ਕੋਈ ਭਾਰੀ ਉਪਦਰਵ ਕੋਈ, ਕਿਉਂਕਿ ਫੌਜ ਜਦੋਂ ਬਹੁਤ ਹੋਣ ਲੱਗ ਗਈ ਹੈ। ਤੇ ਵਜ਼ੀਰ ਖਾਂ ਵੀ ਇਹ ਕਰਿਆ ਚਾਹੁੰਦਾ ਹੈ ਵਾਹਿਗੁਰੂ ਜਹਾਂਗੀਰ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹੋ ਜਿਹਾ ਕਾਰਜ ਹੋ ਜਾਵੇ ਵੀ ਹਰਗੋਬਿੰਦ ਸਾਹਿਬ ਨਾਲ ਸੰਬੰਧ ਚੰਗੇ ਹੋ ਜਾਣ ਤੇ ਉਹ ਜਿਹੜੀ ਜੰਗ ਬਿਰਤੀ ਜਿਹੜੀ ਵੈ ਛੱਡ ਦੇਣ। ਇਸ ਤਰ੍ਹਾਂ ਬਾਦਸ਼ਾਹ ਨੇ ਵੀ ਮਨ ਵਿੱਚ ਇਹ ਬਚਨ ਇਹਨਾਂ ਦਾ ਮੰਨ ਕੇ ਠੀਕ ਮੰਨਿਆ ਹੈ ਤੇ ਵਜ਼ੀਰ ਖਾਂ ਨੂੰ ਭੇਜਣ ਦੀ ਇੱਛਾ ਰੱਖੀ ਹੈ। ਮਿਟ ਹੈ ਜੋ ਇਮ ਸੰਦੇਹ ਉਪਾਵੈ। ਤੋ ਇਸ ਤਰ੍ਹਾਂ ਦਾ ਸੰਸਾ ਜਿਹੜਾ ਅਸੀਂ ਕਰਦੇ ਹਾਂ ਉਹ ਮਿਟ ਜਾਵੇ। ਵੀ ਕੀ ਹੈ ਵੀ ਕੋਈ ਜੰਗ ਯੁੱਧ ਕੱਲ ਨੂੰ ਕਰਨਾ ਪਵੇ ਇਹਨਾਂ ਦੇ ਨਾਲ,
ਤੋ ਇਹ ਸਾਰਾ ਹੀ ਸੰਸਾ ਮਿਟ ਜਾਵੇ। ਵੀ ਬਗਾਵਤ ਜਿਹੜੀ ਹੁਣ ਉੱਠ ਰਹੀ ਆ ਕਿਸੇ ਗੱਲਬਾਤ ਤਰੀਕੇ ਨਾਲ ਦਬਾ ਲਈ ਜਾਵੇ। ਮਿਲੇ ਬੋ ਪਾਕ ਪੀਰ ਕੋ ਹੋਏ। ਬਾਕੀ ਸਿਆਣੇ ਕਹਿੰਦੇ ਆਪਣਾ ਧਰਮ ਵੀ ਕਹਿੰਦਾ ਹੈ, ਜਹਾਂਗੀਰ ਕਹਿੰਦਾ ਵਜ਼ੀਰ ਖਾਂ ਆਪਣਾ ਧਰਮ ਵੀ ਕਹਿੰਦਾ ਵੀ ਕਿਸੇ ਸਾਧੂ ਸੰਤ ਦਾ ਮਲਾਪ ਹਮੇਸ਼ਾ, ਪੀਰ ਕਿਸੇ ਦਾ ਬੰਦਗੀ ਕਰਨ ਵਾਲੇ ਦਾ ਮਲਾਪ ਚੰਗਾ ਹੀ ਹੁੰਦਾ ਹੈ, ਉਹਦੇ ਦਰਸ਼ਨਾਂ ਦਾ ਫਲ ਹੁੰਦਾ ਹੈ, ਸੁਖ ਮਿਲਦਾ ਹੈ। ਯਾਦ ਖੁਦਾਏ ਘਰੀ ਸ਼ੁਭ ਵੀ ਸੋਏ। ਉਹੀ ਘੜੀ ਚੰਗੀ ਹੈ ਜਿਹੜੀ ਖੁਦਾ ਅੱਲਾ ਨੂੰ ਯਾਦ ਕਰਦਿਆਂ ਲੰਘ ਜਾਵੇ। ਇਹ ਆਪਣੇ ਗ੍ਰੰਥ ਆਪਣੇ ਧਰਮ ਦਾ ਵੀ ਇਹੀ ਅਸੂਲ ਹੈ। ਜਾਂ ਤੇ ਬਾਤ ਇਸੀ ਬਿਦ ਨੀਕੀ। ਤੇ ਉਹਨਾਂ ਨੂੰ ਇੱਥੇ ਸੱਦ ਲਾਓ। ਗੁਰੂ ਨਾਨਕ ਪਾਤਸ਼ਾਹ ਦੇ ਗੱਦੀ ਦੇ ਵਾਰਿਸ ਹੈ, ਫਿਰ ਵੀ ਇਹੀ ਵਿਧੀ ਚੰਗੀ ਬਣ ਆਉਂਦੀ ਹੈ। ਭਣੀ ਗਿਰਾ ਤੈ ਭਾਵਤ ਜੀ ਕੀ। ਤੇ ਮੇਰੇ ਮਨ ਭਾਉਂਦੀ ਜਿਹੜੀ ਬਾਣੀ ਹੈ, ਬਚਨ ਹੈ, ਤੂੰ ਪ੍ਰਸੰਗ ਦੱਸਣਾ ਕੀਤਾ ਵਜ਼ੀਰ ਖਾਂ। ਮੇਰੇ ਮਨ ਭਾਉਂਦੇ ਬਚਨ ਜਿਹੜੇ ਤੂੰ ਉਹ ਮੂੰਹੋਂ ਕਹਿ ਦਿੱਤੇ ਹਨ, ਅਸੀਂ ਵੀ ਇਸ ਤਰ੍ਹਾਂ ਚਾਹੁੰਦੇ ਸਾਂ। ਹੋਤ ਭੋਰ ਕੁਛ ਲਿਹੋ ਅਕੋਰ। ਤੇ ਕੁਝ ਭੇਟਾਵਾਂ ਆਪਦੇ ਨਾਲ ਲੈ ਕਰਕੇ ਜਾਣਾ ਹੈ। ਗਮਨ ਕਰਹੁ ਸਤਿਗੁਰ ਕੀ ਓਰ। ਸਤਿਗੁਰੂ ਹਰਗੋਬਿੰਦ ਸਾਹਿਬ ਵਾਲੇ ਪਾਸੇ ਨੂੰ ਕੁਝ ਭੇਟਾਵਾਂ ਕਢਾ ਲਓ, ਖਜ਼ਾਨੇ ਭੰਡਾਰੇ ਵਿੱਚੋਂ ਲੈ ਕਰਕੇ ਜਾਣਾ ਅੰਮ੍ਰਿਤਸਰ ਸਾਹਿਬ ਨੂੰ। ਕਰਤ ਪ੍ਰਸੰਨ ਇਤ ਹੈ ਕੋ ਲਿਆਵਹ। ਤੇ ਖੁਸ਼ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਤੁਸੀਂ ਸਾਡਾ ਸੱਦਾ ਦੇ ਕੇ ਤੇ ਇੱਥੇ ਦਿੱਲੀ ਲੈ ਕੇ ਆਓ। ਕਿੰਚ ਬੇਗ ਲੈ ਸੰਗ ਸਿਧਾਵਹ। ਤੇ ਨਾਲ ਵਜ਼ੀਰ ਖਾਂ ਤੈਂ ਇੱਕ ਕਿੰਚ ਬੇਗ ਜਿਹੜਾ ਜਰਨੈਲ ਹੈ ਆਪਣੇ ਸਾਥੀ ਨੂੰ ਲੈ ਜਾਣਾ। ਖਾਂ ਵਜ਼ੀਰ ਸੁਨ ਜਹਾਂਗੀਰ ਤੇ ਜਹਾਂਗੀਰ ਬਾਦਸ਼ਾਹ ਤੋਂ ਵਜ਼ੀਰ ਖਾਂ ਨੇ ਸਾਰੇ ਬਚਨ ਸੁਣ ਕਰ ਹਰਖਿਓ ਜਾਣਿਓ ਮਿਲਨ ਪੀਰ ਤੇ ਜਾਣਿਆ ਵੀ ਹੁਣ ਮੈਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰਾਂਗਾ, ਬਹਾਨੇ ਨਾਲ ਮੈਂ ਚੱਲਿਆ। ਸੁਣ ਕੇ ਬਹੁਤ ਪ੍ਰਸੰਨ ਹੋਇਆ। ਸ਼ੁਕਰ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਨਾਲੇ ਦਰਸ਼ਨ ਕਰਾਂਗੇ ਤੇ ਬਾਦਸ਼ਾਹ ਨੇ ਮੇਰੇ ਤੇ ਇਤਬਾਰ ਕੀਤਾ ਹੈ। ਆਏ ਸਮਾਨੀ ਕੀਨ ਸਲਾਮ। ਸਲਾਮ ਕੀਤੀ ਬਾਦਸ਼ਾਹ ਨੂੰ ਤੇ ਸਿਰ ਮੱਥੇ ਬਾਦਸ਼ਾਹ ਦਾ ਹੁਕਮ ਮੰਨਿਆ ਹੈ। ਲੀਨ ਸਕੇਲ ਸਮਾਜ ਤਮਾਮ। ਵਜ਼ੀਰ ਖਾਂ ਨੇ ਸਾਰਾ ਸਮਾਨ ਜਿਹੜਾ ਕੁਝ ਲੈ ਕੇ ਜਾਣਾ ਹੈ, ਉਹ ਸਾਰੀਆਂ ਜਿਹੜੀਆਂ ਹੈ ਭੇਟਾਵਾਂ ਉਹ ਤਿਆਰ ਕਰ ਲਈਆਂ, ਸਮੇਟ ਲਈਆਂ ਹਨ। ਕਲਗੀ ਜਿਗਾ ਮੁਕਤ ਕੀ ਮਾਲਾ। ਇੱਕ ਕਲਗੀ ਇੱਕ ਜਿਗਾ, ਕਲਗੀ ਜਿਸ ਉੱਪਰ ਪਹਿਨੀ ਜਾਂਦੀ ਹੈ, ਤੇ ਇਸੇ ਤਰ੍ਹਾਂ ਇੱਕ ਕਲਗੀ ਔਰ ਇੱਕ ਜਿਗਾ, ਇੱਕ ਸੁੱਚੇ ਮੋਤੀਆਂ ਦੀ ਸੁੰਦਰ ਮਾਲਾ ਵੀ ਲੈ ਲਈ ਹੈ। ਖੀਨ ਖਾਫ ਪਟ ਜਰੀ ਦੁਸਾਲਾ। ਤੇ ਖੀਨ ਖੁਆਬ ਦਾ ਜਿਹੜਾ ਸੁੰਦਰ ਬੇਸ਼ਕੀਮਤੀ ਬਸਤਰ ਹੈ ਤੇ ਜਰੀਦਾਰ ਦੁਸ਼ਾਲੇ ਵੀ ਲੈ ਲਏ ਹਨ। ਅਪਰ ਅਕੋਰ ਜੋਰ ਕਰ ਸਾਰੀ। ਹੋਰ ਸਾਰੀਆਂ ਭੇਟਾਵਾਂ ਸੁੰਦਰ ਜੋੜ ਕਰਕੇ। ਕਿਤਕ ਚਮੂ ਸੰਗ ਕੀਨ ਸਤਿਆਰੀ। ਤੇ ਕੁਝ ਕੁ ਫੌਜ ਨਾਲ ਲੈ ਕੇ ਤਿਆਰਾ ਕਰ ਲਿਆ ਹੈ। ਨੀਕੇ ਸ਼ਕੁਨ ਭਏ ਪੁਰ ਨਿਕਸੇ। ਤੋ ਇਸ ਤਰ੍ਹਾਂ ਨਿਕਲਦਿਆਂ ਸੁੰਦਰ ਸ਼ਗਨ ਨਗਰ ਦੇ ਵਿੱਚੋਂ ਹੋਏ ਹੈ। ਆਪ ਖੁਸ਼ੀ ਦਾ ਸੁਭਾਗ ਬਣ ਰਿਹਾ ਹੈ। ਫੇਰ ਵਿਚਾਰਤ ਗਮਨਤ ਬਿਕਸੇ। ਤੇ ਉਹ ਵਿਚਾਰਦੇ ਹੋਏ ਜਿੰਨੇ ਕੁਝ ਫੌਜਦਾਰ ਹੈ, ਇਹ ਕਿੰਚਤ ਬੇਗ ਤੇ ਜਿਹੜਾ ਨਾਲ ਇਹ ਵਜ਼ੀਰ ਖਾਂ ਹੈ, ਬਹੁਤ ਖੁਸ਼ ਹੁੰਦੇ ਅੰਮ੍ਰਿਤਸਰ ਸਾਹਿਬ ਨੂੰ ਵਿਚਾਰ ਕਰਦੇ ਤੁਰੇ ਜਾਂਦੇ ਆ। ਸਣੇ ਸਣੇ ਮਗ ਉਲੰਘਿਓ ਸਾਰੇ। ਧੀਰੇ ਧੀਰੇ ਦਿੱਲੀਓਂ ਤੁਰੇ ਸਾਰਾ ਪੈਂਡਾ ਤੈਅ ਕਰਕੇ। ਸ਼੍ਰੀ ਅੰਮ੍ਰਿਤਸਰ ਪਹੁੰਚ ਨਿਹਾਰੇ। ਤੇ ਜਾ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਨਗਰੀ ਦੇ ਦਰਸ਼ਨ ਇਹਨਾਂ ਨੇ ਕੀਤੇ ਹੈ। ਤੋ ਸੱਚੇ ਪਾਤਸ਼ਾਹ ਮਹਾਰਾਜ ਦੇ ਫਿਰ ਪਾਸ ਪਹੁੰਚੇ ਸਨ। ਤੋ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੂੰ ਜਿਵੇਂ ਜਹਾਂਗੀਰ ਦਾ ਸੱਦਾ ਸਾਧ ਸੰਗਤ ਜੀ ਆਪਾਂ ਸ਼ਰਵਣ ਪ੍ਰਸੰਗ ਕੀਤਾ ਹੈ, ਤੋ ਇਹ ਜਹਾਂਗੀਰ ਬਾਦਸ਼ਾਹ ਨੇ ਮਹਾਰਾਜ ਨੂੰ ਸੱਦਾ ਭੇਜਿਆ ਸੀ ਵੀ ਇੱਕ ਵਾਰੀ ਦਿੱਲੀ ਆਓ, ਵੀ ਅਸੀਂ ਕੋਈ ਵੱਡਾ ਝਗੜਾ ਨਹੀਂ ਚਾਹੁੰਦੇ, ਕਿਉਂਕਿ ਬਾਦਸ਼ਾਹ ਲੋਕਾਂ ਦੇ ਕਈ ਪਾਸੇ ਜੰਗ ਚੱਲ ਰਹੇ ਹੁੰਦੇ ਸੀਗੇ, ਦੇਸ਼ ਵੱਡੇ ਸਨ, ਤੋ ਚਾਹੁੰਦੇ ਨਹੀਂ ਸੀ ਵੀ ਇੱਕ ਹੋਰ ਨਵੀਂ ਬਗਾਵਤ ਉੱਠੇ ਦੇਸ਼ ਦੇ ਵਿੱਚ, ਜਿਵੇਂ ਕਿਵੇਂ ਦਬਾਈ ਜਾਵੇ। ਤੇ ਬਾਕੀ ਚੰਦੂ ਤੇ ਵੀ ਜਿਹੜਾ ਸ਼ੱਕ ਪੈਣ ਦੇ ਕਾਰਨ ਜਿਹੜਾ ਹੈ ਇਹ ਬਾਦਸ਼ਾਹ ਜਹਾਂਗੀਰ ਨੇ ਕਵੀ ਸੰਤੋਖ ਸਿੰਘ ਅਨੁਸਾਰ ਤੋ ਵਜ਼ੀਰ ਖਾਂ ਦੇ ਬਚਨਾਂ ਤੇ ਭਰੋਸਾ ਕਰਕੇ ਤੇ ਗੁਰੂ ਘਰ ਦੀ ਸ਼ੋਭਾ ਸੁਣ ਕੇ ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਦਿੱਲੀ ਬੁਲਾਇਆ ਗਿਆ। ਤੋ ਸੱਚੇ ਪਾਤਸ਼ਾਹ ਮਨ ਜਦੋਂ ਸੱਦਾ ਪਹੁੰਚਿਆ, ਫਿਰ ਗੁਰੂ ਘਰ ਵਿੱਚ ਤੇ ਪਰਿਵਾਰ ਵਿੱਚ ਸਲਾਹ ਹੋਈ ਵੀ ਕਿਵੇਂ ਕੀਤਾ ਜਾਵੇ, ਵੀ ਇਹਨਾਂ ਤੁਰਕਾਂ ਤੇ ਭਰੋਸਾ ਨਹੀਂ ਜ਼ਾਲਮਾਂ ਤੇ ਕੀਤਾ ਜਾ ਸਕਦਾ। ਪਹਿਲਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਵੀ ਇਹਨਾਂ ਪਾਪੀਆਂ ਨੇ ਸੱਦੇ ਵਾਸਤੇ ਬੁਲਾਇਆ ਸੀ। ਤੋ ਇਸ ਤਰ੍ਹਾਂ ਦੇ ਜਿਵੇਂ ਸਲਾਹ ਮਸ਼ਵਰਾ ਹੁੰਦਾ ਹੈ, ਉਹ ਸਾਰਾ ਜਿਹੜਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸੁਣਾਂਗੇ ਜੀ। ਇੱਥੇ ਸਮਾਪਤੀ ਹੈ। ਗਰੀਬ ਨਵਾਜ਼
ਸੱਚੇ ਪਾਤਸ਼ਾਹ ਆਪ ਸਾਰੀ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਵਾਹਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ। ਜੀਏ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਨੀਕੇ ਸ਼ਕੁਨ ਭਏ ਪੁਰ ਨਿਕਸੇ, ਹੇਰ ਵਿਚਾਰਤ ਗਮਨਤ ਬਿਕਸੇ। ਸਣੇ ਸਣੇ ਮਗ ਉਲੰਘਿਓ ਸਾਰੇ, ਸ਼੍ਰੀ ਅੰਮ੍ਰਿਤਸਰ ਪਹੁੰਚ ਨਿਹਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਘਨਾਸ। ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ। ਹੇ ਸੰਤਹਿ ਕੈ ਸਦਾ ਸੰਗ ਨਿਧਾਰਾ ਨਿਧਾਰਾ। ਆਧਾਰ। ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ ਰਾਖਾਹੀਐ ਪਰੋਇ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।